ਲਹਿਣੇ ਦੀ ਫੇਰਾਈ ਕਾ ਦੋਹੀ ਖਟੀਐ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੋਮ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਰਾਮ ਕਲੀ ਦੀ ਤੀਸਰੀ ਵਾਰ ਦੀ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਕੱਲ ਪਹਿਲੀ ਪੌੜੀ ਦੀ ਕਥਾ ਆਪ ਸਰਵਣ ਕਰ ਚੁੱਕੇ ਹੋ। ਅੱਜ ਹੁਣ ਦੂਜੀ ਪੌੜੀ ਦੀ ਕਥਾ ਆਰੰਭ ਹੋ ਰਹੀ ਹੈ। ਪਿਆਰ ਨਾਲ ਸੁਣੋ, ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ। ਲਹਿਣ ਦੀ ਫੇਰਾਈ ਭਾਈ ਲਹਿਣੇ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ ਸੰਸਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੇਰਾਈ ਹੋਈ ਹੈ। ਨਾਨਕਾ ਦੋਹੀ ਖਟੀਐ ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ ਰੂਪ ਦੁਹਾਈ ਮਿਲ ਰਹੀ ਹੈ, ਜਾਂ ਗੁਰੂ ਨਾਨਕ ਦਾ ਸਰੂਪ ਹੋਣ ਕਰਕੇ ਦੂਸਰੇ ਗੁਰਾਂ ਦੀ ਜਸ ਰੂਪ ਦੁਹਾਈ ਮਿਲ ਰਹੀ ਹੈ। ਜੋਤਿ ਓਹਾ ਜੁਗਤ ਸਾਈ, ਉਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਦਰ ਹੈ ਅਤੇ ਭਾਵ ਭਗਤੀ ਦੇ ਸਹਿਤ ਗਿਆਨ ਵਾਲੀ ਜਾਂ ਬ੍ਰਹਮ ਗਿਆਨ ਦੇ ਸੰਯੁਕਤ ਜੁਗਤੀ ਵੀ ਉਹੀ ਹੈ। ਐਸਾ ਜਾਣਨਾ ਕਰੋ। ਕਾਇਆ ਫੇਰ ਪਲਟੀਆ ਕਿ ਉਹ ਜੋ ਸੱਚਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ, ਉਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਰੂਪ ਧਾਰਨ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਆਪ ਦੀ ਜਿਹੜੀ ਜੋਤ ਸੀਗੀ ਉਹਨੂੰ ਪ੍ਰਵਿਰਤ ਕੀਤਾ। ਉਹੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਤ ਉਹੀ ਹੈ, ਆਪਣੀ ਦੇਹ ਨੂੰ ਮੁੜ ਬਦਲਿਆ, ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਰੂਪ ਬਣੇ ਹਨ। ਝੁੱਲੈ ਸੁਛਤ ਨਿਰੰਜਨੀ, ਉਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੱਬੀ ਜੋਤ ਵਾਲਾ ਜਾਂ ਜਸ ਰੂਪ ਛਤਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸੀਸ ਉੱਪਰ ਝੁੱਲ ਰਿਹਾ ਹੈ। ਇਸੇ ਪ੍ਰਕਾਰ ਝੁੱਲੈ ਸੁਛਤ ਨਿਰੰਜਨੀ, ਉਹੀ ਮਾਇਆ ਮੈਲ ਤੋਂ ਰਹਿਤ ਪਰਮੇਸ਼ਰ ਦੀ ਮਿਹਰ ਦਾ ਛਤਰ ਸਿਰ ਉੱਪਰ ਝੁੱਲ ਰਿਹਾ ਹੈ। ਮਲ ਤਖਤ ਬੈਠਾ ਗੁਰ ਹਟੀਆ, ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਤਾ ਗਦੀ ਰੂਪ ਸਿੰਘਾਸਨ ਨੂੰ ਮੱਲ ਕੇ ਅਸਥਿਤ ਹੋ ਗਿਆ ਹੈ। ਜਾਂ ਸਾਧ ਸੰਗਤ ਰੂਪ ਹੱਟੀ ਦੇ ਅੰਦਰ ਗੁਰਾਂ ਦੀ ਬਖਸ਼ੀ ਹੋਈ ਗੁਰਤਾ ਗਦੀ ਰੂਪ ਤਖਤ ਨੂੰ ਮੱਲ ਕੇ ਬੈਠਾ
ਬਿਰਾਜਮਾਨ ਹੋ ਰਿਹਾ ਹੈ। ਕਰਹਿ ਜੇ ਗੁਰ ਫੁਰਮਾਇਆ। ਜਿਹੜਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਹੁਕਮ ਫਰਮਾਉਣਾ ਕਰਦੇ ਸਨ, ਉਸ ਹੁਕਮ ਦੇ ਵਿੱਚ ਸਿਲ ਜੋਗ ਅਲੂਣੀ ਚੱਟੀਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੋੜਨ ਰੂਪ ਅਲੂਣੀ ਸਿਲਾ ਨੂੰ ਚੱਟਣਾ ਕੀਤਾ ਹੈ। ਭਾਵ ਰਾਤ ਨੂੰ ਦਿਨ ਮੰਨ ਕੇ ਕੱਪੜੇ ਧੋਣ ਚਲੇ ਜਾਣਾ। ਸਾਡੇ ਵਰਗਾ ਹੁੰਦਾ ਤਾਂ ਮਹਾਰਾਜ ਨੂੰ ਕਹਿੰਦਾ, ਮਹਾਰਾਜ ਤੁਸੀਂ ਸਿਆਣੇ ਬਿਆਣੇ ਹੋ, ਅੱਧੀ ਰਾਤ ਦਾ ਟਾਈਮ, ਇੰਨੀ ਠੰਡ, ਕੋਰਾ ਖੜਕ ਰਿਹਾ, ਕਿੱਥੇ ਸੂਰਜ ਕਿੱਥੇ ਚੜ੍ਹਿਆ, ਸਾਨੂੰ ਤੁਸੀਂ ਮਾਰਨਾ ਮਹਾਰਾਜ ਠੰਡ 'ਚ। ਸੱਚਮੁੱਚ ਹੀ ਆਪਾਂ ਇਸ ਤਰ੍ਹਾਂ ਜਵਾਬ ਦੇ ਦੇਣਾ ਸੀਗਾ। ਸਾਹਿਬਜ਼ਾਦੇ ਬਾਬਾ ਬੁੱਢਾ ਸਾਹਿਬ ਜੀ, ਇਹ ਨਹੀਂ ਵੀ ਉਹ ਕੋਈ ਐਵੇਂ ਸੀਗੇ, ਬਾਹਾਂ ਪੁਰਖ ਸਨ, ਪਰ ਇਹ ਗੁਰਤਾ ਗੱਦੀ ਦੀ ਪਰਖ ਵੇਲੇ ਬੜੀ ਕਰੜੀ ਪ੍ਰੀਖਿਆ ਹੋਈ ਹੈ। ਜੇ ਆਪਾਂ ਹੁੰਦੇ ਤੇ ਆਪਾਂ ਤਾਂ ਹੀ ਭੱਜ ਜਾਣਾ ਸੀਗਾ ਵੀ ਮਹਾਰਾਜ ਨੂੰ ਪਤਾ ਨਹੀਂ ਕੀ ਹੋ ਗਿਆ, ਕਿਸ ਤਰ੍ਹਾਂ ਦਾ ਹੁਕਮ ਕਰ ਰਹੇ ਨੇ। ਪਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਵੇਖੋ 7 ਵਚਨ ਕਹਿ ਕੇ ਅੱਧੀ ਰਾਤ ਹੀ ਪੋਹ ਮਾਘ ਦੀਆਂ ਠੰਡਾਂ ਦੇ ਵਿੱਚ ਰਾਵੀ ਤੇ ਕੱਪੜੇ ਧੋਣ ਚਲੇ ਗਏ। ਤੇ ਉਹ ਸੱਚਮੁੱਚ ਹੀ ਉੱਥੇ ਸੂਰਜ ਚੜ੍ਹਿਆ ਦੇਖਿਆ, ਧੋ ਕੇ ਸੁਕਾ ਕੇ ਤਹਿ ਲਾ ਕੇ ਤੇ 4 ਵਜੇ ਨੂੰ ਮਹਾਰਾਜ ਦੇ ਕੋਲ ਲਿਆ ਕੇ ਭੇਟਾ ਕਰ ਦਿੱਤੇ। ਲਿਆਓ ਜੀ, ਲਓ ਜੀ, ਆਪ ਧਾਰਨ ਕਰੋ। ਇਉਂ ਹੁਕਮ ਦੇ ਵਿੱਚ ਜੁੜਨਾ ਕੀਤਾ ਹੈ। ਇਸੇ ਪ੍ਰਕਾਰ ਸਿਲ ਕਰਹਿ ਜੇ ਗੁਰ ਫੁਰਮਾਇਆ। ਜਿਹੜੇ ਗੁਰੂ ਸਾਹਿਬ ਜੀ ਦਾ ਫਰਮਾਇਆ ਹੋਇਆ ਹੁਕਮ ਮੰਨਣਾ ਕਰਦੇ ਹਨ। ਸਿਲ ਜੋਗ ਅਲੂਣੀ ਚੱਟੀਆ। ਉਹਨਾਂ ਦੇ ਸ਼ਬਦ ਸੁਰ ਦੇ ਅਭਿਆਸ ਵਿੱਚ ਚਿੱਤ ਨੂੰ ਜੋੜ ਕੇ ਵਿਸ਼ੇ ਰਸ ਰੂਪ ਲੋਣ ਤੋਂ ਰਹਿਤ ਆਤਮਾ ਰਸ ਰੂਪ ਸਿਲਾ ਨੂੰ ਚਟਣਾ ਕੀਤਾ ਹੈ। ਲੰਗਰ ਚੱਲੈ ਗੁਰ ਸ਼ਬਦ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਤੱਖ ਲੰਗਰ ਅਤੇ ਗੁਰੂ ਉਪਦੇਸ਼ ਰੂਪ ਲੰਗਰ ਵੀ ਚੱਲਦਾ ਹੈ। ਭਾਵ ਗੁਰੂ ਸਾਹਿਬ ਜੀ ਨਾਮਦਾਨ ਬਖਸ਼ਦੇ ਨੇ ਅਤੇ ਹਰ ਤੋਟ ਨਾ ਆਵੀ ਖੱਟੀਐ। ਹਰੀ ਪਰਮੇਸ਼ਰ ਦੇ ਨਾਮ ਦੀ ਖੱਟੀ ਭਾਵ ਲਾਭ ਆਮਦਨ ਦੀ ਤੋਟ ਵੀ ਨਹੀਂ ਆਉਂਦੀ ਹੈ। ਜਿਵੇਂ ਜਦ ਖਹਿਰਿਆਂ ਦੇ ਜੋ ਗੋਤ ਖਹਿਰਾ ਸੀਗੀ, ਜੱਟ ਜ਼ਮੀਂਦਾਰ ਖਡੂਰ ਦੇ ਰਹਿਣ ਵਾਲੇ, ਉਹਨਾਂ ਦੇ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਪੈ ਗਈ। ਬਿਮਾਰੀ ਪੈਣ ਤੋਂ ਕਾਫੀ ਨੁਕਸਾਨ ਹੋਇਆ ਤੇ ਉਹ ਸਾਰੇ ਇਕੱਠੇ ਹੋ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ। ਬੇਨਤੀ ਕੀਤੀ, ਸਤਿਗੁਰੂ ਜੀ ਪਸ਼ੂ ਮਰਨ ਦੇ ਨਾਲ ਬਹੁਤ ਨੁਕਸਾਨ ਹੈ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੁਣ ਫਿਰ ਕੀ ਕਰੀਏ, ਡੰਗਰ ਤਾਂ ਮਰਨਗੇ। ਤੁਸੀਂ ਕੀ ਚਾਹੁੰਦੇ ਹੋ ਕਿ ਨਾ ਮਰਨ? ਕਹਿੰਦੇ ਜੀ ਹਾਂ, ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋ ਤਾਂ ਜੋ ਸੱਚੇ ਪਾਤਸ਼ਾਹ ਜੀ ਸਾਡੇ ਪਸ਼ੂਆਂ ਨੂੰ ਬਿਮਾਰੀ ਹਟ ਜਾਏ ਤੇ ਡੰਗਰ ਮਰਨੋਂ ਬੰਦ ਹੋ ਜਾਣ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਗੱਲ ਇਸ ਤਰ੍ਹਾਂ ਹੈ, ਮੈਂ ਤਾਂ ਗੁਰਦੁਆਰੇ ਬਾਦ ਵਿੱਚ ਆਇਆ ਸੀ। ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਮੈਨੂੰ ਬਾਅਦ ਵਿੱਚ ਹੋਏ ਸਨ। ਮੇਰੇ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਆਨੇ ਨੇ ਸੇਵਕ ਸ਼ਰਧਾਲੂ ਆ ਬਾਬਾ ਬੁੱਢਾ ਜੀ ਖੜੇ ਨੇ, ਤੁਸੀਂ ਇਹਨਾਂ ਨਾਲ ਗੱਲ ਕਰ ਲਓ, ਇਹ ਤੁਹਾਡੀ ਅਰਦਾਸ ਕਰਨਗੇ, ਇਹਨਾਂ ਨੂੰ ਪੁੱਛੋ ਜੁਗਤੀ। ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗੁਰਮੁਖੋ ਜਿਨ੍ਹਾਂ ਨੇ ਵੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੁੱਧ ਪਿਲਾ ਕੇ ਸਮਝ ਲਓ ਮੁੱਲ ਹੀ ਖਰੀਦ ਲਿਆ, ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬੇ ਬੁੱਢੇ ਨੂੰ ਮੁੱਲ ਖਰੀਦ ਲਿਆ, ਇੱਕੋ ਗੱਲ ਹੀ ਆ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ।
गुरु सिख सिख गुरु है। बाबा जी गुरु दे हो गए ते गुरु महाराज बाबा जी दे हो गए। तू गुरु जोगा मैं तेरे जोगा। तो इंज बाबा जी ने खुद आप दुध पिलाया सीगा प्यार दे नाल ते किन्नियां बख्शिशां विखों होईयां, ब्रह्म ज्ञानी की पदवी मिली। गल तां शरधा दी है। बाबा जी कहन लगे वेखो किन्नी संगत आउंदी है, किन्ना लंगर पानी का खर्चा है, घर की चाह ही नहीं माण, 4 बच्चों की चाह ही नहीं माण, 2 प्राहुणे आ जाण मुश्किल पै जाती कि इत्थे किन्नियां संगतां आउंदियां ने ते तुहानूं थोड़ी बहुती अकल चाहिदी है। इत्थे किहड़ा डंगर रखे हुए ने गुरुद्वारे, तुसीं सवेरे दुध चो के थोड़ा बहुता सरदा बनता, कोई पाई आधा किलो सेर जिन्ना किसी को सरदा, कोई गिलास कोई गड़वी कोई डोल वो भर के गुरुद्वारे लियाओ, गुरमुखो संगतां दी सेवा विच हाजिर करो। तुहाडे पशुआं नूं बीमारी ना पए तां होर की होए। कदी दुध तां गुरुद्वारे लिआंदा नहीं, दुध लियाओगे डंगर पशु भी हड्ड गलते ने, दुध एवें नहीं बनता। डंगरां दे हड्ड नरम हुंदे ने, उन्हां दी जान जांदी है जद दुध चोंदे ने। तो इस वास्ते वेखो उन्हां दी सफलता भी होवेगी, गुरु घर दुध की सेवा लगेगी। जदों सवेरे चोंदे हो आपदियां मझां गावां उदों भी लैके दुध भेटा करिया करो, जदों शामां नूं चोंदे हो उदों भी लिया करो, दोवें टाइम लिया करो। कहंदे जी 7 वचन। ते जे हुण ज़्यादा बीमारी है, हुण तुसीं मुश्किल दे विच हो ते तुहानूं चाहीदा है भी घट तो घट 10वां हिस्सा, बहुता नहीं, जिन्ना दुध तुहाडे घर हुंदा 10वां हिस्सा तुसीं गुरुद्वारे भेटा करिया करो। जे किसी नूं माया महाराज ने दित्ती है उहदा भी 10वां गुरुद्वारे का बनदा। मैं कल कचहरी का फेरा मार के आया, अगले गल च गूठ दे के कहिंदे ने गड्डी लई है, अगले नूं की निआणिआं नाल 3-3 4-4 न्याणे भुखे मरन भावें जो मर्जी होए, तेल पाउण जोगे पैसे ना होण, सरकारां काहदियां होण जे जुल्म ना करन। सरकार कौन आखे जे जुल्म ना करन, अगले नूं की कोई मरदा भुखा मरे। गड्डी का नंबर लैना ते 10वां हिस्सा 10वां 10% टैक्स है, 10% मरदिਆਂ ਨੂੰ देना पऊगा। गड्डी तुहाडी, पैसा तुहाडा, सब कुछ तुहाडा। अगले कहते 10वां हिस्सा लियाओ। किसी ने रजिस्ट्री करवानी है, जे जनानी दे नाम है बीबी दे फिर तो 6%, तो जे बंदे दे नाम है तो 8.5-9% टैक्स है। इन्ना गल च गुड़ दिता होया, लोगों का धुआं निकलिया होया तो की मिली हुई, कारज खाण नूं कुछ है नहीं, मसा कोई कारोबार चलाउंदा। आ बाणियां नूं पुछ के वेख लो, दुकानदारां नूं GST ते मर पता नहीं TST कई कुछ लगा होया, पता ही नहीं लगता भी किन्ने किन्ने टैक्स इकट्ठे होए ने। आ साडा बिजली का बिल आउंदा 500-600 रुपया मैं अकाउंट मारिया भी 2 महीनों का, घट तो घट भी 500-600 रुपया गौरमेंट के ढिड च जांदा। ते गुरुद्वारे आपां कई बार तर्क करते हैं, इत्थे जी बिल्डिंग का की फायदा जी, बल्कि तर्क सरकार से होनी चाहिए। वो लोग वेखो जिन्हां दी 2.5-3 लाख तनख्वाहां ने ते उन्हां दा बिजली का बिल भी माफ, कितनी हैरानी की गल है। एक गरीब बंदा जिहड़ा 500 रुपया दिहाड़ी कर रहा है, वो GST भी है TST भी है, पता नहीं की कुछ है। एक ड्राइवर बंदा जिन्हें कर्जे ते गड्डी लई है, वो लैन वक्त भी 10% दे, बाद फिर रोड टैक्स दे, दोबारा तो फिर टोल प्लाजे कितने एंट्री करनी, फिर दोबारा तो पैसे दे, ते चलान वखरे। ते जिहड़े लोग
सरकारी खजाने जो 2.5-3 लाख रुपये तनख्वाह लेंदे, उन्हां दी गड्डी भी फ्री, तेल भी फ्री, ड्राइवर भी सरकार दा, मोबाइल फोनां दे पैसे भी, घर दे विच BSNL ने फ्री फोन लाया होया, ते तनख्वाहां वखरियां, मोटा माल वखरा, उपरों रिश्वत भरी जाओ बैग, ते सब कुछ ही फ्री। इत्थों तक कोठी का किराया भी फ्री, किते बाहर अंदर जाना खाना भी फ्री, ते गरीब बंदे दे गल च गोठ जिहड़ा उहदी बोझी चों उहनूं भी कढ के फड़ा दे। जे आपां गुरु घर आपदी खुशी नाल जो गुरु महाराज जी ने दसवंध भेटा मुकर्रर कीती है, जे प्यार श्रद्धा नाल भेटा करिए किन्ना चंगा होवे। इहदे नाल साडा आपदा घर बनदा, पर लोग सुधरदा है। ते जिहड़ी बिल्डिंग गुरु घर दे विच ये सब कुछ दा लाभ सहूलत सब संगतां नूं है। संगतां सुख लैंदियां ने, गुरु का लंगर चलदा ते बैठ करके कथा कीर्तन दे विच आपां आनंद माणदे आ। गुरु घर दे विच कुछ भी मुल नहीं, सब कुछ फ्री खाते वाहिगुरु वालों प्राप्त हो रही है। तो इस वास्ते जे आपां गुरु घर ते तर्क करिए तो सरकार दा ढिड भरी जाइए, ये कोई सिक्खी नहीं है। सो महाराज की शरधा प्यार होना चाहिए दिल दे विच। 2 दिन होए पंजवें पातशाह जी का गुरपुरब लंघ के गया, कई शबीलों के तर्क करते हैं। उन्होंने मूर्खों ने नहीं पता भी शबीलों की उथानिंग यदी बैकग्राउंड की है। जब तती तवी के गुरु साहब चौंकड़ा मार के बैठे हुए सन, तो जी चंदू की नौह राणी सी, ये सिख परिवार के विचों किते माड़े कर्मां नूं चंदू के घर ये पुत न विआही गई, तो उन्हें महाराज को माफ़ी मंगी। कहती महाराज मैं भी तुहाडे नाल शहीद होना है, मैं भी इत्थे मरन लगी हाँ, मैं नहीं ये दुष्ट के घर रहना, इहदियां रोटियां पकाउण दा की फायदा, इहदा आपदा भी बेड़ा करके ते मैनूं भी नरकां च पाऊगा। महाराज मैं आपदे सिख दी धी हाँ, ते हुण महाराज आपदे नाल ही लै जाओ, आ फड़ो शरबत छको। उन्हें शरबत भेटा किया, उही शरबत शबीलों के रूप दे विच गुरु साहब की याद दे विच संगतां वरताउंदियां ने। इहदे नाल पैसा घटदा नहीं है। कहड़ी कहंदे चिड़ी चुंझ पर लै गई, नदी ना घटियो नीर। नदी चों कदी पानी घटदा वेखिया जे गुरमुखो? कदी दरिया कदी समुंदर दे विचों जिन्नियां मर्जी बाल्टियां कड्ढी जाओ पाई जाओ, कदी घटदा वधदा वेखिया? बिल्कुल नहीं। असी टूटी छड्डन लगिया 100 बार सोचते हैं कि पानी वेस्ट ना होए, पर नदी चों दरिया चों कदी पानी नहीं घटदा। इउं गुरुद्वारे शबील लाउण दे नाल या घुंगणियां प्रसाद वरताउण नाल इह नहीं भी पैसा सिखां दा घट जाऊगा। आखिर जी किताबां वंडो, फ्री लिटरेचर थल्ले वेख लो, जिथे पोथियां दा बक्सा पिया, गुड़ मिट्टी पई आ, लोग उं ही उल्टियां सीधियां जिहां पाड़ पुड़ के लिया के सुट दिंदे ने। किड्डी मूर्ख दुनिया, इत्थे लिया के उं ही सुट दिंदे ने बिना रुमालियां तो, जिस तरह कूड़ा सुट्टिया हुंदा। कोई है किसी नूं कदर? पिंगलवाड़े वाले बेचारे फ्री बनते ने, मेरे वर्गे लैके उत्थे सुटता। ये नहीं भी साढ़े को पैसे नहीं, दमदमी टकसाल का निजम है, कदी पोथी फ्री नहीं दिती जाती। जिन्हें लैनी आपकी बोझी चों पैसे खर्चे, उन्होंने पता होवे भी पैसे दे के मैं बुक खरीदी है, इसदा मैं सत्कार किवें करना है। कदी भी गुरबाणी दे गुटके ते पोथियां फ्री नहीं देनियां चाहिए। फ्री लैण वाले तो अदब नहीं करते। धन गुरु ग्रंथ साहब जी महाराज जिहड़ा मर्जी 500 रुपया देवे तो बाजार चों खरीद लवे। साडे दिल नूं इस तरह दुख हुंदा जिस तरह किसी बरछा मार के पाड़िया हुंदा। मैं जद भी दुकानां ते जांदा ते मेरे हिरदे सल वजदा, वो मैं वेखदा दुकानदारां नूं पुट्ठा ही महाराज खोल के, क्योंकि अगले पासे वेखण वाले दर्शन करने वाले बैठे होंदे। दुकानदारां की करना, आप चौंकड़ा मार के बैठे होना ते महाराज पुट्ठा खोल देना ऊँ ही बिना मंगल तो ही। लो जी वेखो जी आ पत्तर है जी, आ शाही जी। कोई सत्कार है गुरु साहब का? जिहड़ा मर्जी पैसे खर्चे आपदे घर लै जाए। हुण थोड़ी सख्ती हुई है। श्री गुरु ग्रंथ साहब जी की भेटा घट तो घट 10 लाख रुपया होनी चाहिए है। मैनू माफ करना, बंदा पैसे खर्चे तो पता चले।
ਜਿਹੜਾ ਬੰਦਾ ਭੁੱਖਾ ਮਰਦਾ ਹੁੰਦਾ, ਰੋਟੀ ਜੋਗੇ ਉਹਦੇ ਕੋਲ ਪੈਸੇ ਨਹੀਂ, ਤੇ ਡੋਲੀਆਂ ਖਿਡਾਉਣ ਵਾਲਾ ਬਾਬਾ ਉਹ 200-400 500 ਰੁਪਈਆ ਆਪਦਾ ਦੇ ਤੇ ਮਹਾਰਾਜ ਕਰ ਲੈ ਜਾਏ। ਸਾਡੇ ਵਰਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਹੁਣ ਮਹਾਰਾਜ ਨੇ ਤਾਂ ਕਹਿਣਾ ਨਹੀਂ ਵੀ ਬਾਬਾ ਮੈਂ ਤੇਰੇ ਘਰ ਨਹੀਂ ਜਾਣਾ, ਇਹਨੂੰ ਭਾਵੇਂ ਮੜੀਆਂ ਤੇ ਲਾਈ ਫਿਰੋ, ਭਾਵੇਂ ਕਬਰਾਂ ਤੇ, ਇੱਕ ਪਾਸੇ ਮੜੀ ਕਬਰ ਹੁੰਦੀ ਆ, ਦੂਜੇ ਪਾਸੇ ਮਹਾਰਾਜ। ਕਾਹਦੇ ਲਈ? ਵੀ ਤੇਰੇ ਮੇਰੇ ਵਰਗੇ ਗਰਾਈ ਦੇਣ, ਪੈਸੇ ਇਕੱਠੇ ਹੋਣ, 1000-2000 ਦੇ ਚੌਲ ਬਣਾਤੇ ਮਿੱਠੇ, ਤੇ ਬਾਕੀ ਆਪਦੀ ਜੇਬ 'ਚ ਨਾ ਕੰਮ ਨਾ ਕਾਰ, ਨਾ ਕੋਈ ਬਾਣੀ ਦਾ ਪਾਠ, ਨਾ ਸੇਵਾ, ਨਾ ਸਿਮਰਨ। ਆਪਦਾ ਚਾਦਰ ਵਿਛਾਓ, ਪੈਸੇ ਇਕੱਠੇ ਕਰੋ ਤੇ ਘਰ ਨੂੰ ਲੈ ਜਾਓ। ਮਹਾਰਾਜ ਨੂੰ ਅਸੀਂ ਗੋਲਕ ਦਾ ਸੋਰਸ ਮੰਨਿਆ ਹੋਇਆ। 500 ਰੁਪਇਆ ਕੀ ਹੁੰਦਾ? 500 ਦਾ ਮਹਾਰਾਜ ਲਿਆਓ ਤੇ ਜਿੰਨੀ ਮਰਜ਼ੀ ਗੋਲਕ ਇਕੱਠੀ ਕਰੀ ਜਾਓ। ਲੋਕ ਸਾਹਿਬਜ਼ਾਦਿਆਂ ਦੇ ਨਾਮ ਦੇ ਗਰਾਈ ਕਰਦੇ, ਇੱਥੇ ਕਈਆਂ ਨੂੰ ਫੜਿਆ। ਤੇ ਇਸ ਵਾਸਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਨੂੰ ਸਮਝਣਾ ਚਾਹੀਦਾ, ਔਰ ਗੁਰੂ ਦੀ ਮਰਿਆਦਾ ਦੇ ਵਿੱਚ ਵਿਚਰਨਾ ਚਾਹੀਦਾ। ਜੋ ਗੁਰੂ ਸਾਹਿਬ ਦਾ ਦਿੱਤਾ ਜਾਣ ਕੇ ਉਹਦੇ ਵਿੱਚੋਂ ਦਸਵੰਧ ਭੇਟਾ ਕਰੀਏ। ਸਰਕਾਰ ਨੂੰ ਅਸੀਂ ਟੈਕਸ ਦਿੰਦੇ ਹਾਂ, ਬੜਾ ਕੁਛ ਹੈ ਦੁਨੀਆ ਦੇ ਵਿੱਚ। ਮੁੰਡੇ ਕੁੜੀਆਂ ਦੇ ਵਿਆਹਾਂ ਦੇ ਵਿੱਚ ਵੇਖੋ ਕਿੰਨਾ ਪੈਸਾ ਰੋੜਦੇ ਆ, ਤੇ ਆਪਦੇ ਸੂਟਾਂ ਬੂਟਾਂ ਦੇ, ਕੋਠੀਆਂ ਕਾਰਾਂ ਦੇ, ਤੇ ਆਪਦੇ ਉਹ ਬੜੇ ਬੜੇ ਇੰਜੀਨੀਅਰ, ਬਿਲਡਿੰਗ ਵਾਲਾ ਇੰਜੀਨੀਅਰ ਵੱਖਰਾ, ਨਕਸ਼ੇ ਵਾਲਾ ਵੱਖਰਾ, ਠੇਕੇਦਾਰ ਵੱਖਰਾ, ਤੇ ਉਹ ਜਿਹੜਾ ਡੈਕੋਰੇਸ਼ਨ ਵਾਲਾ ਉਹ ਵੱਖਰਾ, ਫਰਨੀਚਰ ਹੀ ਨਹੀਂ ਮਾਣ, ਕਿੰਨਾ ਕਿੰਨਾ ਪੈਸਾ ਲਾਉਂਦੇ ਆ। ਜੇ ਗੁਰੂ ਘਰ ਸੰਗਤਾਂ ਦੇ ਬੈਠਣ ਦੀ ਜਗ੍ਹਾ ਬਣੀ ਹੈ, ਉਹਦੇ 'ਚ ਤਰਕ ਕਾਹਦਾ ਭਾਈ? ਉਹ ਤਾਂ ਪਬਲਿਕ ਪਲੇਸ ਹੈ, ਸਭਨਾਂ ਦਾ ਸਾਂਝਾ ਘਰ ਹੈ। ਜੇ ਖੁਸ਼ੀ ਦੇ ਨਾਲ ਰੱਬ ਦੇ ਦਿੱਤੇ ਜਾਣ ਕੇ ਉਹਦੇ 'ਚੋਂ 10ਵਾਂ ਹਿੱਸਾ ਭੇਟਾ ਕਰੀਏ, ਕਿੰਨਾ ਚੰਗਾ ਹੋਏ। ਮਹਾਰਾਜ ਕਹਿੰਦੇ ਵੀ ਬਾਬੇ ਬੁੱਢੇ ਨਾਲ ਗੱਲ ਕਰੋ, ਤੇ ਬਾਬਾ ਜੀ ਕਹਿਣ ਲੱਗੇ ਗੁਰਮੁਖੋ ਦੁੱਧ ਤੁਸੀਂ ਭੇਟਾ ਕਰਿਆ ਕਰੋ, ਤੁਹਾਨੂੰ 10ਵਾਂ ਹਿੱਸਾ ਘੱਟੋ ਘੱਟ ਚਾਹੀਦਾ। ਕਹਿੰਦੇ ਮਹਾਰਾਜ ਸਾਡੇ ਪਸ਼ੂ ਮਰਨੋਂ ਬਚ ਜਾਣ, ਅਸੀਂ ਤਾਂ ਅੱਧਾ ਦੁੱਧ ਪਾਇਆ ਕਰਾਂਗੇ, ਡੰਗਰ ਜ਼ਰੂਰ ਮਾਰਨੇ ਨੇ। ਕਹਿੰਦੇ ਜੇ ਵੀ ਜੇ ਪੂਰਾ ਜਾਂਦਾ ਵੇਖੀਏ ਅੱਧਾ ਦਈਏ ਗਵਾ, ਅੱਧਾ ਦਾਨ ਕਰ ਦਿਓ। ਤੇ ਇਸ ਵਾਸਤੇ ਡੰਗਰ ਤਾਂ ਬਚਣਗੇ, ਅੱਧਾ ਦੁੱਧ ਸਾਨੂੰ ਵੀ ਬਚੂਗਾ। ਤੋ ਇਸ ਤਰ੍ਹਾਂ ਉਹਨਾਂ ਨੇ ਅਰਦਾਸ ਕੀਤੀ ਕਿ ਸਾਡੇ ਡੰਗਰ ਬਚ ਜਾਣ, ਮੂੰਹ ਖੁਰ ਦੀ ਬਿਮਾਰੀ ਦੂਰ ਹੋ ਜਾਏ, ਅਸੀਂ ਅੱਧਾ ਆਪਦੇ ਘਰਾਂ 'ਚ ਵਰਤਾਂਗੇ ਤੇ ਅੱਧਾ ਗੁਰਦੁਆਰੇ ਲਿਆਵਾਂਗੇ। ਫਿਰ ਸਾਡੇ ਖੈਰ ਅੱਧਾ ਦੁੱਧ, ਤੇ ਜੋ ਦੁੱਧ ਰਿੜਕਦੇ ਉਹਦੇ ਵਿੱਚੋਂ ਵੀ ਅੱਧਾ ਕੀ ਲੰਗਰਾਂ ਵਿੱਚ ਭੇਜ ਜੇ। ਇਸੇ ਕਰਕੇ ਸਤਿਗੁਰਾਂ ਦੇ ਲੰਗਰਾਂ ਦੇ ਵਿੱਚ ਸਦਾ ਦੁੱਧ ਤੇ ਘੀ ਵਾਲੀ ਖੀਰ ਬਣਦੀ ਹੁੰਦੀ ਸੀ। ਕਿ ਅਰਦਾਸ ਕਰਕੇ ਗਏ। ਜਾਂ ਜਿਹੜਾ ਤਾਂ ਸਵੇਰੇ ਦੁੱਧ ਆਉਂਦਾ, ਮਾਤਾ ਖੀਵੀ ਜੀ ਵੱਡਾ ਸਾਰਾ ਕੜਾਇਆ ਅੱਗ ਦੇ ਉੱਪਰ ਰੱਖ ਦਿੰਦੇ। ਜਿਹੜਾ ਕੋਈ ਆਉਂਦਾ ਉਹ ਕਹਿੰਦਾ ਜੀ ਦੁੱਧ, ਮਾਤਾ ਜੀ ਨੇ ਕਹਿਣਾ ਉਹ ਕੜਾਹੀ 'ਚ ਪਾ ਦੇ, ਥੱਲੇ ਅੱਗ ਬਲਦੀ ਹੁੰਦੀ ਸੀ, ਉਹਨੇ ਉਬਲਦੇ ਰਹਿਣਾ। ਕਿਸੇ ਨੇ ਆਉਣਾ ਕਹਿਣਾ ਜੀ ਚੌਲ, ਕਹਿਣਾ ਵਿੱਚ ਪਾ ਦੇ। ਕਿਸੇ ਨੇ ਆਉਣਾ ਕਹਿਣਾ ਜੀ ਗੁੜ, ਕਹਿੰਦੇ ਵਿੱਚੇ ਪਾ ਦੇ। ਇਉਂ ਬੜੀ ਸੋਹਣੀ ਖੀਰ ਬਣਦੀ। ਜਿਹੜਾ ਰਾਤ ਨੂੰ ਦੁੱਧ ਆਉਂਦਾ ਤੇ ਮਾਤਾ ਜੀ ਉਹਨੂੰ ਜਾਗ ਲਾ ਕੇ ਦਹੀਂ ਬਣਾ ਲੈਂਦੇ। ਦਹੀਂ ਬਣਾ ਕੇ ਰਿੜਕ ਕੇ ਮੱਖਣ ਕੱਢ ਕੇ ਉਹਦਾ ਘਿਓ ਕੱਢ ਕੇ ਉਹ ਵੀ ਖੀਰ ਜੀ ਪਾ ਦਿੰਦੇ। ਸਬਜ਼ੀ ਭਾਜੀ ਜਿੰਨਾ ਵਰਤਿਆ ਜਾਣਾ ਵਰਤਦੇ, ਬਾਕੀ ਜਮਾ ਨਹੀਂ ਕਰਦੇ, ਉਹ ਸਾਰਾ ਖੀਰ 'ਚ ਪਾ ਦਿੰਦੇ ਜਿੰਨਾ ਵਾਧੂ ਹੁੰਦਾ। ਲੱਸੀ ਪਾਣੀ, ਬਾਕੀ ਹੋਰ ਦੁੱਧ ਪਾਣੀ ਸੰਗਤਾਂ ਨੂੰ ਜਿੰਨਾ ਵਰਤਾਉਣਾ ਓਨਾ ਵਰਤਾਉਂਦੇ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਲੰਗਰ ਚੱਲੇ, ਪ੍ਰਤੱਖ ਲੰਗਰ ਵੀ ਚੱਲਦਾ ਤੇ ਗੁਰ ਸ਼ਬਦ ਕਥਾ ਕੀਰਤਨ ਦਾ, ਗੁਰੂ ਦੇ ਸ਼ਬਦ ਦਾ ਲੰਗਰ ਵੀ ਚੱਲਦਾ। ਹਰ ਤੋਟ ਨ ਆਵੀ ਖੱਟੀਐ, ਹਰ ਹਰੀ ਪਰਮੇਸ਼ਰ ਦੇ ਨਾਮ ਦੀ ਖੱਟੀ, ਭਾਵ ਲਾਭ ਆਮਦਨ ਦੀ ਤੋਟ ਵੀ ਨਹੀਂ ਹੁੰਦੀ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਧੋ ਜਾਈ। ਖਰਚੇ ਦਿੱਤ ਖਸਮ ਦੀ, ਖਸਮ ਮਾਲਕ ਪਰਮੇਸ਼ਰ ਦੀ ਰਜ਼ਾ ਅਨੁਸਾਰ
ਦਿੱਤੇ ਹੋਏ ਖਰਚੇ ਨਾਲ ਸੰਗਤਾਂ ਲਈ ਪ੍ਰਤੱਖ ਲੰਗਰ ਚਲਾਉਂਦੇ ਹਨ ਜਾਂ ਨਾਮਦਾਨ ਦਾ ਲੰਗਰ ਚਲਾਉਂਦੇ ਹਨ। ਆਪ ਖੈਦੀ ਖੈਰ ਦਬਟੀਐ, ਆਪ ਖਾਂਦੇ ਨੇ, ਹੋਰਨਾਂ ਦੀ ਤਾਈਂ ਖੈਰਾਤ ਦਬਟੀਆ ਦਿੰਦੇ ਹਨ। ਭਾਵ ਆਪ ਨਾਮ ਜਪਦੇ ਨੇ ਅਤੇ ਹੋਰਨਾਂ ਨੂੰ ਜਪਾਉਂਦੇ ਹਨ। ਇਸੇ ਪ੍ਰਕਾਰ ਖਸਮ ਖਰਚੇ ਦਿੱਤ ਖਸਮ ਦੀ, ਜੋ ਖਸਮ ਮਾਲਕ ਪ੍ਰਭੂ ਦਾ ਸਰੂਪ ਗੁਰੂ ਨਾਨਕ ਦੇਵ ਜੀ ਦੀ ਨਾਮਦਾਨ ਦੀ ਦਾਤ ਦਿੱਤੀ ਹੋਈ ਹੈ। ਆਪ ਖੈਦੀ ਖੈਰ ਦਬਟੀਐ, ਸਤਿਗੁਰੂ ਅੰਗਦ ਦੇਵ ਜੀ ਉਸ ਨੂੰ ਆਪ ਜਪਨ ਰੂਪ ਖਾਂਦੇ ਤੇ ਖਰਚਦੇ, ਪਾਪ ਸੰਬੰਧੀਆਂ ਨੂੰ ਜਪਾਉਂਦੇ ਸਨ ਅਤੇ ਹੋਰਨਾਂ ਦੀ ਤਾਈਵੇਂ ਸੋ ਖੈਰਾਇਤ ਵੰਡਦੇ ਸਨ। ਸਿਫਤ ਖਸਮ ਦੀ, ਜਿਸ ਵੇਲੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਮਾਲਕ ਪਰਮੇਸ਼ਰ ਦੀ ਕੀਰਤਨ ਦੁਆਰਾ ਸਿਫਤ ਸ਼ਲਾਘਾ ਹੁੰਦੀ ਹੈ। ਨੂਰ ਅਰਸਾ ਹੋ ਕੁਰਸਾ ਹੋ ਝਟੀਐ, ਉਸ ਵੇਲੇ ਐਸਾ ਆਤਮਿਕ ਆਨੰਦ ਬਣਦਾ ਹੈ ਕਿ ਅਰਸੋਂ ਅਰਸ਼ ਆਕਾਸ਼ ਪਰ ਬੈਕੁੰਠ ਸੱਚਖੰਡ ਰੂਪ ਕੁਰਸੋਂ ਹੋ ਤਖਤ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਦਾ ਨੂਰ ਪ੍ਰਕਾਸ਼ ਇਹ ਝੜਦਾ ਹੈ, ਵਰਸਦਾ ਹੈ। ਕੁਦਰਤੀ ਆਕਾਸ਼ ਚੋਂ ਨੂਰ ਝੜਦਾ ਹੈ। ਅੱਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ ਉਹੀ ਨੂਰ ਝਲਕ ਰਿਹਾ ਹੈ। ਇੱਕ ਵਾਰ ਕਿਉਂਕਿ SGPC ਗੋਰਿਆਂ ਨੇ ਬਣਾਈ ਸੀ ਸੰਨ 1919 ਵਿੱਚ, ਜਿਸ ਵਕਤ ਮਹੰਤ ਵਿਗੜ ਗਏ ਸਨ। ਮਹੰਤਾਂ ਤੋਂ ਕਬਜ਼ਾ ਛਡਾ ਕੇ ਤੇ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਰਿਆਂ ਨੇ ਬਣਾਈ ਸੀ ਤੇ ਇਹਦੇ ਉੱਪਰ ਆਪ ਦਾ ਸਰਬਰਾਹ ਲਾਇਆ ਸੀਗਾ, ਸਰਕਾਰੀ ਬੰਦਾ। ਅੱਜ ਵੀ ਸੱਚਖੰਡ ਹਜ਼ੂਰ ਸਾਹਿਬ ਦੇ ਬੋਰਡ ਦਾ ਜਿਹੜਾ ਸਰਬਰਾਹ ਹੈ ਸਰਕਾਰੀ ਬੰਦਾ ਹੈ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬੋਰਡ ਦਾ ਸਰਬਰਾਹ ਵੀ ਸਰਕਾਰੀ ਬੰਦਾ ਹੈ। ਹਰਿਮੰਦਰ ਸਾਹਿਬ ਦਾ ਵੀ ਗੋਰਿਆਂ ਵੱਲੋਂ ਗੋਰੀ ਗੌਰਮੈਂਟ ਦਾ ਇੱਕ ਸਰਕਾਰੀ ਬੰਦਾ ਹੁੰਦਾ ਸੀਗਾ ਤੇ ਉਹਨਾਂ ਨੇ ਇਹ ਜੁਗਤੀ ਬਣਾ ਲਈ ਕਿ ਹਰਿਮੰਦਰ ਸਾਹਿਬ ਜੋ ਹੈ ਇਹਨੂੰ ਪੱਕਾ ਠੇਕੇ ਤੇ ਲੈ ਲੈਣਾ ਹੈ। ਸਾਧ ਸੰਗਤ ਜੀ ਉਹ ਸਾਰਾ ਲਿਖਤ ਪੜਤ ਹੋ ਗਈ। ਜਿਸ ਵਕਤ ਠੇਕੇ ਤੇ ਲੈਣ ਵਾਸਤੇ ਸਾਰੀ ਲਿਖਤ ਪੜਤ ਸੰਪੂਰਨ ਹੋਈ, ਜਿੱਦਣ ਕਬਜ਼ਾ ਲੈਣਾ ਸੀ ਹਰਿਮੰਦਰ ਸਾਹਿਬ ਦਾ, ਦੁਨੀਆ ਦੇ ਵਿੱਚ 8 ਅਜੂਬੇ ਨੇ, 8 ਅਜੂਬੇ। ਪਿੱਛੇ ਜੇ ਰੌਲਾ ਪਿਆ ਸੀ, ਹਾਂ ਤਾਜ ਮਹਿਲ ਨੂੰ ਵੀ ਅਜੂਬਾ ਕਹਿੰਦੇ ਨੇ। ਇੱਕ ਨੈਗਰਾ ਫਾਲ ਹੈ ਟੋਰਾਂਟੋ ਦੇ ਵਿੱਚ, ਤੇ ਇੱਕ ਸ਼ਾਇਦ CND ਟਾਵਰ, ਹੋਰ ਅਜੂਬੇ ਹਨ। ਪਿੱਛੇ ਜੇ ਰੌਲਾ ਪਿਆ ਸੀ ਕਿ ਹਰਿਮੰਦਰ ਸਾਹਿਬ ਨੂੰ ਵੀ ਅਜੂਬਾ ਮੰਨਿਆ ਜਾਵੇ, ਤੇ ਪਰ ਜਿਹੜੇ ਸ਼ਰਧਾਲੂ ਸਿੱਖ ਉਹਨਾਂ ਇਸ ਗੱਲ ਦੀ ਵਿਰੋਧਤਾ ਕੀਤੀ, ਕਿਉਂਕਿ ਜਿਹੜੀ ਬਿਲਡਿੰਗ ਅਜੂਬਾ ਸੰਕੇਤ ਹੋ ਜਾਂਦੀ ਉਹਦਾ ਰੱਖ ਰਖਾਵ ਮੇਨਟੇਨ ਜੋ ਹੈ ਉਹ ਸਰਕਾਰ ਦੇ ਹੱਥ ਆ ਜਾਂਦਾ। ਗੁਰੂ ਘਰ ਦੀ ਇਹ ਮਰਜ਼ਾਦਾ ਰਹੀ ਹੈ ਕਿ ਗੁਰੂ ਘਰ ਦੀਆਂ ਇਮਾਰਤਾਂ ਦੀ ਜੋ ਸੇਵਾ ਹੈ ਸੰਗਤਾਂ ਖੁਦ ਆਪ ਕਰਦੀਆਂ ਨੇ। ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਰਾਹੀਂ ਸੰਗਤਾਂ ਆਪ ਸੇਵਾ ਨਿਭਾਉਂਦੀਆਂ ਨੇ। ਇਹਦੀ ਮੇਨਟੇਨ ਰੱਖ ਰਖਾਵ ਵੀ ਸੰਗਤਾਂ ਦੇ ਹੱਥ ਹੈ, ਸਰਕਾਰ ਦਾ ਨਹੀਂ ਹੋਣਾ ਚਾਹੀਦਾ। ਗੁਰੂ ਘਰ ਦੇ ਵਿੱਚ ਸਰਕਾਰ ਦਾ ਕੋਈ ਕੰਮ ਨਹੀਂ ਹੈ, ਕੋਈ ਦਖਲ ਨਹੀਂ ਹੋਣਾ ਚਾਹੀਦਾ। ਪਰ ਉਹਨਾਂ ਠੇਕੇ ਤੇ ਲੈ ਲਿਆ ਹਰਿਮੰਦਰ ਸਾਹਿਬ, ਤੇ ਜਿਸ ਵਕਤ ਕਬਜ਼ਾ ਲੈਣਾ ਸੀਗਾ, ਜਿਸ ਦਿਨ ਉਹ ਸਰਕਾਰੀ ਬੰਦਾ ਕਬਜ਼ਾ ਲੈਣ ਵਾਲੇ ਆਇਆ, ਅੰਮ੍ਰਿਤ ਵੇਲੇ 4 ਵਜੇ ਕੀਰਤਨ ਵਾਲਿਆਂ ਦੇ ਮਗਰ ਬੈਠਾ ਹੋਇਆ ਸੀਗਾ। ਦਿਨ ਜਿਹੜੇ ਕਬਜ਼ਾ ਲੈਣਾ ਸੀ, ਜਦੋਂ ਮਗਰ ਬੈਠਾ ਹੋਇਆ ਸੀ ਤਾਂ ਕੀ ਹੋਇਆ, ਉਹਦੀ ਪਿੱਠ ਵਾਲੇ ਪਾਸਿਓਂ ਜਿੱਥੇ ਰਾਗੀ ਬੈਠਦੇ ਨੇ ਉਧਰਲੇ ਪਾਸਿਓਂ ਇੱਕ ਸੂਰਜ ਟੈਪ ਬਹੁਤ ਹੀ ਪ੍ਰਕਾਸ਼ਮਈ ਗੋਲਾ ਆਇਆ, ਜਿਸ ਤਰ੍ਹਾਂ ਸੂਰਜ ਆਇਆ ਹੁੰਦਾ।
प्रकाश का अग वर्गा बलदा होया, जिहदे वल वेख के अखां चों अंधेरा जान, ऐसा गोला आया उस दरवाजे पासों, पिठ वाले पासों। तो वो वेखदियां वेखदियां गुरु ग्रंथ साहिब के अगे कुछ क मिनट या सकेंट रुकिया, तो एकदम वो फटिया और इन्नी जबरदस्त आवाज़ आई। ਜਿਹੜੇ गोरे ਹੁੰਦੇ ਨੇ ਇਹ ਸਟੰਟ ਤਾਂ ਬਥੇਰੇ ਕਰਦੇ, पर ਹੁੰਦੇ बड़े ਡਰਾਕਲ ने। गेंद विखा के जो मर्जी कर लो, सूइयां तो डरते हैं, जहाज़ों के विच किरपान नहीं ले जान देंगे, पता नहीं की करते हैं, बाज नहीं ले जान देंगे, पग की पिन निक्की जी सूई तो डरते हैं। तो ये डराकल बड़े होंगे हैं, डरते बड़ी छेती ने। वो इन्ना डरिया वो पैरों हेठों जमीन निकल गई। उन्हें समझिया भी ये तो ये कुदरत भगवान का मंदिर है, तो इत्थे असीं प्रबंध नहीं कर सकते। उन्हें कुदरती नज़ारा समझिया, घबरा के उतों ज्यों दौड़िया, उन्हें पिछा भौंके नहीं वेख्या, मुड़ के नहीं ना लिया कि मैं दरबार साहिब का कब्जा लेना। वह श्रोमणी कमेटी बनाई गई, सारा प्रबंध श्रोमणी कमेटी के हाथ रहा। तो इंज वो जिहड़ा गोला सी फट के नुकसान तो नहीं कोई होया, समझ लो गोरे नूं डराउणा सीगा। सारिया संगतां ने इहनूं गुरु रामदास का करिश्मा समझिया। तो दूजे पासे दरवाजे थाणी वो जिहड़ी लाइट सी बाहर नूं निकल गई, नुकसान कीते बिना, सिर्फ डराया ही। जिथे घड़ियाल लगा हुंदा दर्शनी लोहड़ी, दहलीज ते नमस्कार करके पुल दे उपर जद नमस्कार करके अगे नूं जाईदा हरमंदर साहिब, तां दरवाजे दे खब्बे हथ वो एक काला जिहा बनिया जिथे घड़ियाल टंगिया होया। उस घड़ियाल दे उपर पत्थर दे विच सारी विचित्र घटना उत्थे लिखी हुई है। किहड़ा सन सीगा, किहड़ा दिन, किहड़ा वार, सारा कुछ उत्थे बकायदा लिखिया होया है। तो इस तरह सरगुरु रामदास महाराज के पावन दरबार दे विच गुरु घर दे विच अज भी नूर झड़दा पिया है। गुरु साहिब की संगत दे विच भी आत्मक आनंद का, रूहानीयत देश तो नूर झड़दा है। सिवत खसम दी जिस वेले गुरु साहिब जी के साध संगत रूप दरबार दे विच वाहिगुरु की सिफत भाव कीर्तन भजन सवा पैर के तड़के तो लैके शुरू हो जाता है। पहला तो स्पीकर आसा दी वार प्रारंभ होने वक्त ही लाए जाते। पहला कीर्तन जिहड़ा तीन पैर की चौंकी जिन्हों कहिंदे ने वो गुप्त रूप दे विच हुंदा, पर अजकल नैट का जमाना है, साइंस के साधन बड़े उत्तम हैं। तो इसलिए आपदे घर बैठे आप 2-2:30 बजे तो ही कीर्तन प्रारंभ हो जाता, उदों ही स्पीकर लग जाते, तो उदों ही कीर्तन आप सुन सकते हैं। सवा पैर के तड़के तो लैके जिहड़ी 3 पैर की चौंकी है पहला वो लगती है, उस तो बाद आसा की वार शुरू होती है, फिर महाराज का प्रकाश बाद विच हुंदा। इउं कीर्तन प्रारंभ हो जाता। उस वेले जिवें बैकुंठ दे विच विष्णु भगवान के चेहरे उत्ते नूर झड़दा है। नूर अरसा हो कुरसा हो झटिया। इउं सचखंड रूप कुरसों तख्त वाले परमेश्वर की प्राप्ति का अरसों आकाश दे विचों रब्बी नूर जिहड़ा प्रकाश है साध संगत दे विच आके आत्मक आनंद दे दिंदा है। तो ये समझो रूहानी देश का संगतां दे विच नूर झड़दा है। मेरे एक टीचर का नाम सी नूर, असली नाम अजे भी नहीं मैनूं याद, पर नूर मैनूं याद है। उहदा तखल्लुस सी नूर। 6वीं तो लैके मैट्रिक तक वो मेरे इंचार्ज रहे ने। पंजाबी दे विच बड़े माहर सन, उन्हां दीयां कहानियां रेडियो ते चलदियां सन। सचमुच ही कहंदे मैं नानकसर साहिब संगत विच गया, भूरा साहिब दे दर्शन कीते, बाणी दे निजम पढ़े तां मूल मंत्र करन नूं दिल कीता। ज्यों मूल मंत्र का पाठ शुरू किया कहंदे अज तक गुरु साहिब की कृपा नाल वो मूल मंत्र बंद ही नहीं होया। ते सचमुच बजुर्ग अवस्था दे विच भी कहंदे साइकिल ते मैं आउणा 15 किलोमीटर साडा पिंड
ਉੱਥੋਂ ਲੈ ਕੇ ਹਰਿਮੰਦਰ ਸਾਹਿਬ। ਤੇ ਸਾਰੀ ਦਿਹਾੜੀ ਕਹਿੰਦੇ ਛਬੀਲਾਂ ਦੇ ਸੇਵਾ ਕਰੀਦੀ ਆ, ਕੀਰਤਨ ਸੁਣੀਦਾ, ਤੇ ਚਿਹਰੇ ਤੇ ਬੜਾ ਜਾਹੋ ਜਲਾਲ, ਬਾਣੀ ਦਾ ਨਾਮ ਦਾ ਨੂਰ। ਇਉਂ ਸੰਗਤਾਂ ਦੇ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਉੱਥੇ ਪ੍ਰਾਪਤ ਹੁੰਦਾ ਹੈ। ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸ ਚੜਾਓ। ਦੁਨੀਆ ਕੋਲ ਅਰਬਾਂ ਰੁਪਈਆ ਹੈ, ਕੋਠੀਆਂ ਕਾਰਾਂ ਮਰ ਕੋਈ ਗਿਣਤੀ ਨਹੀਂ, ਕਿੰਨੀ ਪ੍ਰਾਪਰਟੀ ਹੈ, ਫਿਰ ਵੀ ਲੋਕਾਂ ਦੇ ਮੂੰਹ ਸੁੱਕੇ ਹੋਏ ਨੇ, ਮਾਸਾ ਕਿਤੇ ਰੂਹਾਨੀਅਤ ਨਹੀਂ ਹੈ। ਪਰ ਮਹਾਰਾਜ ਦਾ ਨਿਹੰਗ ਸਿੰਘ ਭਾਵੇਂ ਜੇਬ 'ਚ ਰੁਪਈਆ ਵੀ ਨਾ ਹੋਵੇ ਤੇ ਕੋਈ ਵੀ ਪ੍ਰਾਪਰਟੀ, ਕੋਈ ਜਾਇਦਾਦ ਨਹੀਂ, ਪਰ ਉਹਦੇ ਚਿਹਰੇ ਦਾ ਨੂਰ ਤੁਸੀਂ ਦੇਖੋਗੇ ਉਹ ਹਮੇਸ਼ਾ ਅੱਡੀ ਚੁੱਕੀ ਰਹਿੰਦੀ ਹੈ ਤੇ ਹਮੇਸ਼ਾ ਐਕਟਿਵ, ਭੱਜੇ ਫਿਰਦੇ ਤੇ ਜਕਾਰੇ ਛੱਡਦੇ ਨੇ। ਕੋਈ ਉਦਾਸੀ ਦੀ ਕਿਰਨ ਹੀ ਨਹੀਂ, ਕੋਈ ਸੋਗ ਅਫਸੋਸ ਦਾ ਨਾਮ ਹੀ ਨਹੀਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ ਲਿਖਿਆ, ਜੇ ਤੁਸੀਂ ਆਪਦੇ ਘਰ ਬੈਠੇ ਵੀ ਪੜੋਗੇ ਤਾਂ ਘਰ ਦੇ ਵਿੱਚ ਉਹੀ ਨੂਰ ਆ ਕੇ ਚੜ੍ਹਨ ਲੱਗ ਪਏਗਾ ਜਿਹੜਾ ਗੁਰਦੁਆਰੇ ਚੜ੍ਹਦਾ। ਪ੍ਰਤਾਪ ਤੇ ਬਾਣੀ ਦਾ ਹੈ ਨਾ, ਭਾਵੇਂ ਜਿੱਥੇ ਮਰਜ਼ੀ ਪੜ੍ਹਨ ਲੱਗ ਪਾਓ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਦੁੱਖ ਤੇ ਪਾਪ ਬੰਦੇ ਨੂੰ ਮਾਰ ਸੁੱਟਦੇ ਨੇ, ਬੰਦਾ ਨਹੀਂ ਮਰਦਾ, ਦੁੱਖ ਪਾਪ ਬੰਦੇ ਨੂੰ ਮਾਰਦੇ ਨੇ। ਰੋਗ ਨਹੀਂ ਖਹਿੜਾ ਛੱਡਦੇ, ਸਰੀਰ ਕਮਜ਼ੋਰ ਕਰ ਦਿੰਦੇ ਨੇ। ਤੇ ਇਸ ਵਾਸਤੇ ਜਿਹੜੀ ਬਾਣੀ ਹੈ, ਮਹਾਰਾਜ ਦਾ ਨਾਮ ਹੈ, ਦੁੱਖਾਂ ਦੇ ਪਾਪਾਂ ਦਾ ਖਾਤਮਾ ਕਰਦੀ ਹੈ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਤੇ ਆਪੇ ਸਰੀਰ ਪ੍ਰਫੁੱਲਤ ਰਹਿਣਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੰਗਤਾਂ ਦੇ ਹਿਰਦੇ ਵਿੱਚ ਆਤਮਿਕ ਆਨੰਦ ਦਾ, ਰੂਹਾਨੀਆਂ ਦੇਸ਼ ਤੋਂ ਨੂਰ ਝੜਦਾ ਹੈ। ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਦਰਸ਼ਨ ਵੇਖ ਕਰਕੇ ਮਲ ਜਨਮ ਜਨਮ ਦੀ ਕੱਟੀਆ, ਜਨਮਾਂ ਜਨਮਾਤਰਾਂ ਦੀ ਪਾਪਾਂ ਰੂ ਮੈਲ ਕੱਟੀ ਜਾਂਦੀ ਹੈ। ਮੈਲ ਕੇਵਲ ਬਾਣੀ ਕੱਟ ਸਕਦੀ ਹੈ। ਦਾਨ ਪੁੰਨ ਜਿਹੜੇ ਨੇ ਉਹ ਵੈਸੇ ਥੋੜਾ ਬਹੁਤਾ ਲਾਭ ਦਿੰਦੇ ਨੇ, ਸਵਰਗਾਂ ਦਾ ਸੁੱਖ, ਪਰ ਪਾਪ ਜਿਹੜੀ ਹੈ ਉਹ ਦਾਨ ਪੁੰਨ ਨਹੀਂ ਕੱਟ ਸਕਦੇ। ਗੁਰਬਾਣੀ ਨਾਲ ਪਾਪ ਖਤਮ ਹੁੰਦੇ ਨੇ। ਦੁੱਖ ਰੋਗ ਸੰਤਾਪ ਉਤਰ, ਸੋਹਣੀ ਸੱਚੀ ਬਾਣੀ। ਦੁੱਖ ਰੋਗ ਪਾਪਾਂ ਦੀ ਹਰ ਇੱਕ ਸੱਚੀ ਗੁਰਬਾਣੀ ਹੈ। ਤੋ ਇਸ ਲਈ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ। ਕਰੋੜਾਂ ਹੀ ਪੁੰਨ ਲੱਗਦੇ ਨੇ ਗੁਰਬਾਣੀ ਸੁਣਨ ਤੋਂ, ਕਿਉਂਕਿ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਸਤਿਗੁਰੂ ਦੇ ਦਰਸ਼ਨ ਇਕੱਲੇ ਖਾਲੀ ਨਹੀਂ ਹਨ। ਜੇ ਸਤਿਗੁਰੂ ਦੇ ਦਰਸ਼ਨ ਕਰਾਂਗੇ ਨਾਲ ਆਸਾ ਦੀ ਵਾਰ ਵੀ ਸੁਣਾਂਗੇ, ਕਿਉਂਕਿ ਮਹਾਰਾਜ ਦੀ ਹਜ਼ੂਰੀ 'ਚ ਆਸਾ ਦੀ ਵਾਰ ਲੱਗਦੀ ਹੁੰਦੀ ਅੰਮ੍ਰਿਤ ਵੇਲੇ। ਜੇ ਸ਼ਾਮਾਂ ਨੂੰ ਦਰਸ਼ਨ ਕਰਾਂਗੇ ਨਾਲ ਰਹਿ ਰਸ ਵੀ ਸੁਣਾਂਗੇ। ਤੋ ਇਸ ਲਈ ਮੇਰੇ ਦਰਸ਼ਨਾਂ ਦੇ ਨਾਲ ਹੀ ਨਹੀਂ, ਤੋ ਡਿੱਠੇ ਸੱਚੇ ਪਾਤਸ਼ਾਹ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਤੁਹਾਡੇ ਦਰਸ਼ਨ ਵੇਖ ਕੇ ਤੇ ਮਹਾਰਾਜ ਦੀ ਹਜ਼ੂਰੀ 'ਚ ਕੀਰਤਨ ਵੀ ਹੁੰਦਾ, ਬਾਣੀ ਵੀ ਹੁੰਦੀ ਹੈ। ਇਹ ਸੁਣ ਕੇ ਜਨਮਾਂ ਜਨਮਾਤਰਾਂ ਦੇ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ। ਬਾਕੀ ਗੁਰੂ ਸਾਹਿਬ ਖੁਦ ਆਪ ਜੂ ਬਾਣੀ ਪੜ੍ਹਦੇ ਨੇ। ਅੰਮ੍ਰਿਤ ਵੇਲੇ 1-1:30 ਵਜੇ ਤੋਂ ਉੱਠ ਕੇ ਇਸ਼ਨਾਨ ਕਰਕੇ ਸਮਾਧੀ ਸਥਿਤ ਹੋ ਜਾਂਦੇ, ਤੇ ਜਦ ਦਿਨ ਜਿਹੜੇ ਦਰਵਾਜ਼ਾ ਖੋਲਦੇ 6, 6:15, 6:30 ਐਸੇ ਵਕਤ, ਤਾਂ ਜਿਹਦੇ ਤੇ ਨਿਗਾਹ ਪਾਉਂਦੇ ਉਹ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ, ਕਿਉਂਕਿ ਗੁਰੂ ਸਾਹਿਬ ਬਾਣੀ ਰੂਪ ਨੇ, ਨਾਮ ਸਰੂਪ ਹਨ। ਇਸ ਲਈ ਪ੍ਰਤੱਖ ਮਹਾਰਾਜ ਦੇ ਦਰਸ਼ਨ ਕਰਕੇ ਪਾਪਾਂ ਦੇ ਨਾਸ਼ ਹੁੰਦੇ ਨੇ। ਅਮੈ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਮਨ ਦਰਿਆਉ, ਜਨਮ ਹਮ ਕਾਲਖਤ ਹੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਮਲ ਜਨਮ ਜਨਮ ਦੀ ਕੱਟੀਐ, ਡਿੱਠੇ ਸੱਚੇ ਪਾਤਸ਼ਾਹ ਹੀ ਸੱਚੇ ਪਾਤਸ਼ਾਹ ਤੇਰੇ ਪ੍ਰਤੱਖ ਦਰਸ਼ਨ ਕਰਕੇ, ਤੇਰੇ ਬਾਣੀ ਰੂਪ ਦਰਸ਼ਨ ਕਰਕੇ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਸੱਚ ਜੇ ਗੁਰ ਫੁਰਮਾਇਆ, ਇਹ ਸਤਿਗੁਰੂ ਅੰਗਦ ਦੇਵ ਜੀ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਸੱਚਾ ਹੁਕਮ ਫਰਮਾਇਆ ਕਹਿਣਾ ਕੀਤਾ ਹੈ। ਕਿਉ ਏਦੋ
ਬੋਲਹੁ ਹਟੀਐ। ਤੁਸੀਂ ਇਸ ਗੁਰਾਂ ਦੇ ਬਚਨਾਂ ਵੱਲੋਂ ਕਿਵੇਂ ਹਟਦੇ? ਭਾਵ ਨਹੀਂ ਹਟ ਸਕਦੇ ਸਨ। ਜਾਂ ਇਸੇ ਪ੍ਰਕਾਰ ਸੱਚ ਜੇ ਗੁਰ ਫੁਰਮਾਇਆ। ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਾ ਬਚਨ ਫਰਮਾਇਆ ਹੈ ਕਿ ਗੁਰੂ ਅੰਗਦ ਦੇਵ ਜੀ ਮੇਰਾ ਸਰੂਪ ਹੈ। ਕਿਉ ਏਦੂ ਬੋਲਹੁ ਹਟੀਐ। ਅਸੀਂ ਇਹ ਸੱਚਾ ਬਚਨ ਕਹਿਣ ਤੋਂ ਕਿਵੇਂ ਹਟ ਸਕਦੇ ਹਾਂ? ਭਾਵ ਨਹੀਂ ਹਟ ਸਕਦੇ। ਪੁੱਤਰੀ ਕੌਲ ਨਾ ਪਾਲਿਓ। ਸਿੰਘ ਨੇ ਜਿਸ ਤਰ੍ਹਾਂ ਪਾਠ ਕੀਤਾ ਬਿੰਦੀ ਲਾ ਕੇ, ਪੁੱਤਰੀ ਬਹੁ ਵਚਨ, ਪੁੱਤਰੀ ਤਾਂ ਸਪੁੱਤਰੀ ਹੁੰਦੀ ਹੈ ਲੜਕੀ, ਜੇ ਪੁੱਤਰੀ ਕਹਾਂਗੇ ਫਿਰ ਲੜਕੀ ਦਾ ਅਰਥ ਬਣ ਜਾਊਗਾ। ਪੁੱਤਰੀ ਬਿੰਦੀ ਲਾ ਕੇ ਸਪੁੱਤਰਾਂ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਦੋਨਾਂ ਸਪੁੱਤਰਾਂ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਕੌਲ ਬਚਨ ਹੁਕਮ ਨਹੀਂ ਪਾਲਣਾ ਕੀਤਾ, ਨਹੀਂ ਮੰਨਣਾ ਕੀਤਾ। ਕਰ ਪੀਰਹੁ। ਬਣਾਉਣੇ ਤਾਂ ਪੀਰ ਸੀਗੇ, ਕਰ ਪੀਰ, ਪੀਰੋਂ ਪੀਰ ਕਰਨੇ ਸੀਗੇ। ਕੰਨ ਮੁਰਟੀਐ। ਆਪਣੇ ਪੁੱਤਰਾਂ ਨੂੰ ਗੁਰੂ ਜੀ ਨੇ ਸਾਰੇ ਸੰਸਾਰ ਦਾ ਪੂਜਨੀਕ ਗੁਰੂ ਬਣਾ ਦੇਣਾ ਸੀਗਾ, ਕਰ ਦੇਣਾ ਸੀਗਾ, ਪਰੰਤੂ ਬਚਨ ਨਾ ਮੰਨਣ ਕਰਕੇ ਕੰਨ, ਕੰਨ ਹੁੰਦਾ ਜਿਹੜਾ ਸੁਣਨ ਵਾਲਾ ਕੰਨ, ਕੰਨ ਥੱਲੇ ਭਾਰਾ ਲਾਇਆ, ਅੱਧਾ ਯਈਆ ਜਾਂ ਅੱਧਾ ਹਾ, ਇਹਦਾ ਮਤਲਬ ਹੈ ਮੋਢਾ। ਤੇ ਇਹਨਾਂ ਵੱਲੋਂ ਮਹਾਰਾਜ ਨੇ ਮੋਢਾ ਮੋੜ ਲਿਆ, ਕੰਨਾ ਮੋੜ ਲਿਆ। ਆਪ ਜੇ ਗੁਰਾਂ ਦਾ ਬਚਨ ਮੰਨ ਲੈਂਦੇ ਤਾਂ ਗੁਰਤਾ ਗੱਦੀ ਪੁੱਤਰਾਂ ਨੂੰ ਬਖਸ਼ ਦਿੰਦੇ, ਪਰ ਪੁੱਤਰਾਂ ਦੇ ਬਚਨ ਨਾ ਮੰਨਣ ਕਰਕੇ ਆਪਣੇ ਸੇਵਕ ਪਾਵਨ ਸ੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਗੁਰ ਅੰਗਦ ਗੁਰ ਅੰਗਦ ਗੰਗੋ ਹੋ ਜਾਣ ਤਰਾਂਗੇ ਉਠਾਇਆ। ਜਿਵੇਂ ਗੰਗਾ ਦੇ ਵਿੱਚੋਂ ਲਹਿਰਾਂ ਉੱਠਦੀਆਂ ਤੇ ਉਹ ਗੰਗਾ ਦਾ ਹੀ ਰੂਪ ਹੁੰਦੀਆਂ, ਇਹ ਉਹ ਮਹਾਰਾਜ ਨੇ ਆਪ ਦੇ ਵਿੱਚੋਂ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਗਟ ਕੀਤੇ। ਦਿਲ ਖੋਟਾ ਆਕੀ ਫਿਰਨ। ਸਾਹਿਬਜ਼ਾਦਿਆਂ ਦੇ ਦਿਲ ਹਿਰਦੇ ਵਿੱਚ ਗੁਰੂ ਪੁੱਤਰ ਹੋਣ ਦਾ ਹੰਕਾਰ, ਇਹ ਖੋਟਾਪੁਣਾ ਸੀਗਾ, ਇਹ ਖੁਟਿਆਈ ਸੀਗੀ। ਇਸੇ ਕਰਕੇ ਬਚਨ ਮੰਨਣ ਤੋਂ ਆਕੀ ਬਾਗੀ ਹੋਏ ਤੁਰੇ ਫਿਰਦੇ ਸਨ। ਬੰਨ ਭਾਰ। ਉਹਨਾਂ ਨੇ ਹੰਕਾਰ ਰੂਪੀ ਪੰਡ ਬਨ ਕੇ, ਭਾਰ ਬਨ ਕੇ ਆਪਣੇ ਅੰਤःਕਰ ਰੂਪੀ ਛੱਟ ਦੇ ਵਿੱਚ ਪਾ ਕੇ ਉਚਾਇਨ ਛੱਟੀਐ। ਚੁੱਕਿਆ ਹੋਇਆ ਸੀਗਾ ਅੰਤःਕਰ ਰੂਪੀ ਛੱਟ ਦੇ ਵਿੱਚ ਪਾ ਕੇ। ਇਸੇ ਪ੍ਰਕਾਰ ਉਦਾਸੀਨ ਸੰਪਰਦਾ ਵਿੱਚ ਇਹ ਦੋਵੇਂ ਪੰਕਤੀਆਂ ਦਾ ਅਰਥ ਇੰਜ ਕਰਦੇ ਨੇ, ਕਿਉਂਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੋਂ ਉਦਾਸੀਨ ਸੰਪਰਦਾ ਚੱਲੀ ਹੈ ਤੇ ਮੈਂ ਬਾਬਾ ਸ੍ਰੀ ਚੰਦ ਜੀ ਨੂੰ ਆਪ ਦੇ ਵੱਲੋਂ ਬਹੁਤ ਸਤਿਕਾਰਯੋਗ ਮੰਨਦਾ ਹਾਂ ਤੇ ਉਹਨਾਂ ਦੇ ਪੈਰ ਧੋ ਕੇ ਵੀ ਆਪਾਂ ਪੀਣ ਨੂੰ ਤਿਆਰ ਹਾਂ। ਜੇ ਬਚਨ ਗੁਰੂ ਸਾਹਿਬ ਦਾ ਨਹੀਂ ਮੰਨਿਆ, ਉਹਨਾਂ ਆਪਦੀ ਮਰਜ਼ੀ ਨਾਲ ਨਹੀਂ ਮੰਨਿਆ, ਜੇ ਗੁਰੂ ਜੀ ਦੀ ਮਰਜ਼ੀ ਹੁੰਦੀ ਤਾਂ ਉਹਨਾਂ ਮੰਨ ਲੈਣਾ ਸੀਗਾ। ਵਾਹਿਗੁਰੂ ਅਕਾਲ ਪੁਰਖ ਵੱਲੋਂ ਇਸ ਤਰ੍ਹਾਂ ਹੀ ਸੀਗਾ ਕਿ ਬਚਨ ਸਾਹਿਬਜ਼ਾਦੇ ਨਾ ਮੰਨਣ, ਕਿਉਂਕਿ ਗੁਰਤਾ ਗੱਦੀ ਦਾ ਤਖਤ ਪਾਵਨ ਸ੍ਰੀ ਲਹਿਣਾ ਜੀ ਦੇ ਫੇਰ ਵਿੱਚ ਸੀਗਾ। ਉਹਨਾਂ ਦੇ ਹੱਕ ਵਿੱਚ ਸ਼ੁਰੂ ਤੋਂ ਹੀ ਧੁਰ ਦਰਗਾਹ ਤੋਂ ਰੱਬ ਨੇ ਲਿਖ ਕੇ ਭੇਜਿਆ ਸੀਗਾ। ਇਹ ਤਾਂ ਕੁਦਰਤੀ ਪ੍ਰੀਖਿਆ ਦਾ ਬਹਾਨਾ ਬਣਨਾ ਸੀਗਾ। ਤਖਤ ਰਾਜਾ ਸੋਭ ਹੈ ਜੇ ਤਖਤ ਹੈ ਲਾਇਕ ਹੋਏ। ਬਾਕੀ ਬਾਬਾ ਸ੍ਰੀ ਚੰਦ ਜੀ ਜਤੀ ਸਤੀ ਮਹਾਂਪੁਰਖ ਹੋਏ ਨੇ। ਅੱਜ ਤਾਂ ਆਪਣੀਆਂ ਧੀਆਂ ਪੁੱਤਰ ਕੁੜੀਆਂ ਹੀ ਤੇ ਮੁੰਡੇ ਹੀ ਪਾਲਦੇ ਆ ਤੇ ਘਰ ਪਰਿਵਾਰ ਦੀਆਂ ਹੀ ਪਰਿਕਰਮਾ ਕਰਦੇ, ਥੱਕਦੇ ਨਹੀਂ ਦਿਨ ਵੀ ਤੇ ਰਾਤ ਵੀ। ਕਦੀ ਘੜੀ ਘੰਟਾ ਗੁਰਦੁਆਰੇ ਲਈ ਕੱਢਦੇ ਨਹੀਂ, ਕਦੀ 2 ਮਿੰਟ ਚੌਂਕੜਾ ਨਹੀਂ ਮਾਰ ਸਕਦੇ ਤੇ ਨਿੰਦਿਆ ਕਰਦੇ ਆ ਬਾਬੇ ਸ੍ਰੀ ਚੰਦ ਦੇ। ਉਹਨਾਂ ਦੇ ਮੂੰਹ 'ਚ ਕੀੜੇ ਪੈਣਗੇ। ਜਿਹੜੇ ਜਿੰਨੀ ਕਮਾਈ ਹੈ ਸੰਗਤਾਂ ਤੋਂ ਲੁੱਟ ਕੇ ਆਪਦੇ ਪਰਿਵਾਰ ਨੂੰ ਦਿੰਦੇ ਨੇ ਤੇ ਨਿੰਦਿਆ ਕਰਨ ਬਹਿ ਜਾਂਦੇ ਆ ਬਾਬਾ ਸ੍ਰੀ ਚੰਦ ਜੀ। ਅਖੇ ਜੀ ਐਂ ਜੀ ਆਉਂ ਜੀ, ਹੁਣ ਤੇ ਇੰਨਾ ਗੁੱਸਾ ਚੜ੍ਹਦਾ ਵੀ ਉਹਨਾਂ ਦੇ ਮੂੰਹ ਤੇ ਮਾਰੀਏ। ਨਿੰਦਕ ਕਾ ਮਾਥਾ ਇਆਂ ਊਹਾਂ ਕਾਲਾ, ਕਾਲੇ ਮੂੰਹਾਂ ਵਾਲੇ ਨੇ ਜਿਹੜੇ ਬਾਬੇ ਸ੍ਰੀ ਚੰਦ ਦੀ ਨਿੰਦਿਆ ਕਰਦੇ ਨੇ। ਇਹ ਬਾਣੀ 'ਚ ਨਿੰਦਿਆ ਨਹੀਂ ਹੈ। ਤੁਸੀਂ ਦੱਸੋ ਨਿੰਦਿਆ ਹੈ? ਮਾੜਾ ਆਖਿਆ ਕਿਤੇ ਬਾਬੇ ਨੂੰ? ਮੈਂ ਤਾਂ ਨਹੀਂ ਸਮਝਦਾ। ਜੇ ਕੋਈ ਇਹ ਬਾਣੀ ਨੂੰ ਲੈ ਕੇ ਆਖੇ ਜੀ ਗੁਰੂ ਸਾਹਿਬ ਨੇ ਮਾੜਾ ਆਖਿਆ, ਮਾੜਾ ਥੋੜ੍ਹਾ ਆਖਿਆ। ਤੁਸੀਂ ਦੱਸੋ ਵੀ ਤੁਸੀਂ ਆਗਿਆ ਮੰਨਦੇ ਹੋ? ਦਾੜੀ ਕੌਣ ਰੰਗਣੋਂ ਨਹੀਂ ਹਟਦਾ? ਸਾਰੇ ਰੰਗਦੇ ਨੇ। ਕਟਾਉਣੋਂ ਕੌਣ ਨਹੀਂ ਹਟਦਾ? ਸਾਰੇ ਕਟਾਉਂਦੇ ਨੇ।
ਪਹਿਲੀ ਗੱਲ ਤਾਂ ਗਾਤਰਾ ਪਾਉਣਾ ਅੰਮ੍ਰਿਤ ਛਕਣਾ, ਜੇ ਛਕ ਲਿਆ ਤਾਂ ਕੌਣ ਮੰਨਦਾ। ਵਾਹਿਗੁਰੂ ਦਾ ਭਜਨ ਆਪਾਂ ਕਰਦੇ ਹਾਂ। ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀ। ਉਹ ਤਾਂ ਗੁਰੂ ਸਾਹਿਬ ਜੀ ਦੀ ਆਪ ਦੀ ਮਰਜ਼ੀ ਸੀਗੀ ਵੀ ਮਹਾਰਾਜ ਦੇ ਉਹ ਬਚਨ ਪ੍ਰੀਖਿਆ ਵਾਲੇ ਨਹੀਂ ਮੰਨੇ। ਉਹ ਤਾਂ ਬਾਬਾ ਜੀ ਨਾਮ ਜਪਦੇ ਸੀ ਨਾ, ਆਪਾਂ ਕਿੱਥੇ ਨਾਮ ਜਪਦੇ ਹਾਂ, ਕਿੱਥੇ ਸਮਾਧੀ ਲੱਗਦੀ ਹੈ ਸਾਡੀ, ਦੱਸੋ। ਅਸੀਂ ਆਪ ਦਾ ਟੱਬਰ ਪਾਲਦੇ ਹਾਂ। ਬਾਬਾ ਜੀ ਸਾਰੀ ਉਮਰ ਰੱਬ ਦੇ ਲੇਖੇ ਸਵਾਸ ਲਾਉਂਦੇ ਰਹੇ। ਉਹਨਾਂ ਕਿਤੇ ਨਿਗਾਹ ਭਰ ਕੇ ਸਾਧ ਸੰਗਤ ਜੀ ਕਿਸੇ ਵੱਲ ਨਹੀਂ ਤੱਕਿਆ, ਕਿਸੇ ਵੱਲ ਨਹੀਂ ਤੱਕਿਆ। ਇੰਨੀ ਨਿਗਾਹ ਸਵੱਲੀ ਸੀਗੀ। ਜਿਹੜਾ ਬਾਬਾ ਮੋਹਨ ਸੀਗਾ ਉਹਨੇ ਆਪਦੀ ਸਗੀ ਘਰ ਵਾਲੀ ਵੱਲ ਵੀ ਨਿਗਾਹ ਭਰ ਕੇ ਨਹੀਂ ਸੀ ਕਦੀ ਵੇਖਿਆ। ਤੇ ਮਾਤਾ ਦਇਆ ਕੌਰ ਗੁਰੂ ਅਮਰਦਾਸ ਦੇ ਚਰਨਾਂ 'ਚ ਆਏ, ਕਹਿੰਦੇ ਮਹਾਰਾਜ ਵੀ ਚੰਗਾ ਵਿਆਹ ਕੀਤਾ। ਉਹ ਬੀਬੀ ਵਿਚਾਰੀ ਰੋਂਦੀ ਰਹਿੰਦੀ ਹੈ। ਤੇ ਉਹ ਮੈਨੂੰ ਸਗੋਂ ਵੱਖਰਾ, ਪਹਿਲਾਂ ਇੱਕ ਦੁੱਖ ਸੀਗਾ, ਹੁਣ ਡਬਲ ਇਹਦਾ ਵੀ ਦੁੱਖ ਹੈ। ਆਪਦੇ ਪੁੱਤਰ ਨੂੰ ਸਮਝਾਓ ਵੀ ਤੂੰ ਵਿਆਹ ਕਰਾਇਆ, ਆਪਦੇ ਘਰ ਤਾਂ ਰਹੋ। ਉਹਨੂੰ ਵਿਚਾਰੀ ਨੂੰ ਬੁਲਾਇਆ ਤਾਂ ਸਹੀ, ਕਦੇ ਉਹਨੂੰ ਬੁਲਾਇਆ ਨਹੀਂ ਹੈ। ਇੰਨੇ ਗੁਰੂ ਕੇ ਸਾਹਿਬਜ਼ਾਦੇ, ਜਿਵੇਂ ਮਾੜਾ ਕਹੋ ਬਾਬੇ ਮੋਹਨ ਨੂੰ, ਆ ਜਿਹੜੇ ਨਿੰਦਕ ਲੋਕ ਨੇ ਮਿਸ਼ਨਰੀ ਜਾਂ ਹੋਰ ਤਰਕਸ਼ੀਲ ਸੁਸਾਇਟੀ ਵਾਲੇ, ਇਹ ਬਾਬੇ ਸ਼੍ਰੀ ਚੰਦ ਦੇ ਬਾਬੇ ਮੋਹਨ ਦੀ ਰੱਜ ਕੇ ਨਿੰਦਿਆ ਕਰਦੇ ਨੇ। ਔਰ ਮੈਨੂੰ ਬਹੁਤ ਬੁਰਾ ਲੱਗਦਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਸਾਹਿਬ ਖਾਲਸਾ ਪਿੰਡਾਂ ਵਾਲੇ, ਇਹ ਸਰਕਾਰੀ ਏਜੰਸੀਆਂ ਦੇ ਮੈਂਬਰ ਹਨ। ਔਰ ਸਰਕਾਰਾਂ ਇਹਨਾਂ ਨੂੰ ਪੈਸਾ ਦਿੰਦੀਆਂ ਵੀ ਬਕਵਾਸ ਮਾਰੋ, ਪੈਸਾ ਸਾਡੇ ਕੋਲੋਂ। ਆਮ ਬੰਦੇ ਕੋ ਰੋਟੀ ਖਾਣ ਜੋਗੇ ਪੈਸੇ ਨਹੀਂ, ਉਹ ਰੇਡੀਓ ਚਲਾਉਂਦੇ ਪਏ ਨੇ। ਤੇ ਇਸ ਵਾਸਤੇ ਰੱਬ ਦੀ ਦਰਗਾਹ 'ਚ ਉਹਨਾਂ ਲੋਕਾਂ ਨੂੰ ਲੇਖਾ ਦੇਣਾ ਪਊਗਾ। ਬਾਬਾ ਮੋਹਨ ਤੇ ਬਾਬਾ ਸ਼੍ਰੀ ਚੰਦ ਜੀ, ਉਹਨਾਂ ਦੇ ਪੈਰ ਵੀ ਬੰਦਾ ਧੋ ਕੇ ਪੀਵੇ। ਵੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਦ ਨੰਗੇ ਪੈਰੀ ਆਪ ਬਾਬੇ ਮੋਹਨ ਦੇ ਚੁਬਾਰੇ ਹੇਠ ਭੁੰਜੇ ਬੈਠ ਕੇ ਕੀਰਤਨ ਕਰਕੇ ਪੋਥੀਆਂ ਲੈ ਕੇ ਆਏ। ਆਪਾਂ ਕੌਣ ਹੁੰਦੇ ਹਾਂ ਭਾਈ ਨਿੰਦਕ, ਨਿੰਦਿਆ ਕਰਨ ਵਾਲੇ। ਸ੍ਰੀ ਗੁਰੂ ਅਰਜਨ ਦੇਵ ਨੇ ਬਾਬੇ ਮੋਹਨ ਦੀ ਉਸਤਤੀ ਕੀਤੀ ਹੈ ਬਾਣੀ ਵਿੱਚ, ਤੇ ਤੁਸੀਂ ਕੌਣ ਹੁੰਦੇ ਹੋ? ਤੁਸੀਂ ਬਾਬੇ ਨੂੰ ਮਾੜਾ ਆਖੋ ਭਾਈ। ਉਦਾਸੀ ਸੀਗੇ। ਸ਼੍ਰੀ ਚੰਦ ਬਾਬਾ ਜੀ, ਸਾਡੇ ਕੋਲ ਬਾਠ ਪਿੰਡ ਹੈ, ਬਾਠ। ਬਟਾਲੇ ਤੋਂ ਜਦ ਪਠਾਨਕੋਟ ਨੂੰ ਜਾਈਦਾ, ਪਹਿਲਾਂ ਗੁਰਦਾਸਪੁਰ ਆਉਂਦਾ ਹੈ, ਉਹ ਤੋਂ ਅੱਗੇ ਪਠਾਨਕੋਟ, ਤੇ ਮੁੜ ਕੇ ਗਾਂ ਜੰਮੂ ਨੂੰ ਰੋਡ ਨਿਕਲਦਾ, ਜੰਮੂ ਤੋਂ ਅੱਗੇ ਕਸ਼ਮੀਰ। ਬਟਾਲੇ ਤੋਂ ਗੁਰਦਾਸਪੁਰ ਨੂੰ ਜਾਂਦੀਆਂ ਰਸਤੇ ਵਿੱਚ ਧਾਰੀਵਾਲ ਦੀਆਂ ਨਹਿਰਾਂ ਆਉਂਦੀਆਂ ਨੇ। ਨਸ਼ਹਿਰਾ ਪਿੰਡ ਵੀ ਉੱਥੇ ਹੀ ਹੈ, ਉੱਥੇ ਹੀ ਆਸ-ਪਾਸ ਬਾਠ ਪਿੰਡ ਹੈ, ਬਾਠ। ਬਾਬਾ ਸ਼੍ਰੀ ਚੰਦ ਜੀ ਦਾ ਉਸੇ ਆਸਣ ਸੀਗਾ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਿਕਾਰ ਖੇਡਦੇ ਖੇਡਦੇ ਪਤਾ ਲੱਗਾ ਕਿ ਬਾਬਾ ਸ਼੍ਰੀ ਚੰਦ ਜੀ ਬਾਠ ਪਿੰਡ ਨੇ। ਮਹਾਰਾਜ ਸੱਚੇ ਪਾਤਸ਼ਾਹ ਜੁੱਤੀ ਲਾ ਕੇ, ਕਿੰਨੇ ਸੂਰਮੇ ਸੀਗੇ। ਸਰਕਾਰਾਂ ਡਰਦੀਆਂ ਸੀਗੀਆਂ। ਚੰਦੂ ਦੀ ਨੱਕ 'ਚ ਨਕੇਲ ਪਾਈ। ਉਹਨਾਂ ਈਰਖਾ ਨਹੀਂ ਕੀਤੀ ਬਾਬੇ ਨਾਲ, ਕੋਈ ਗੁੱਸਾ ਨਹੀਂ ਕੀਤਾ, ਕੋਈ ਲੜਾਈ ਨਹੀਂ ਕੀਤੀ ਵੀ ਬਾਬਾ ਤੂੰ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ। ਅਸੀਂ ਕੌਣ ਹੁੰਦੇ ਆ ਭਾਈ ਪੁੱਛਣ ਵਾਲੇ ਬਾਬਾ ਜੀ ਨੂੰ? ਇਹ ਤਾਂ ਪਿਓ ਪੁੱਤ ਦਾ ਮਾਮਲਾ ਹੈ। ਪਿਓ ਪੁੱਤ ਦੇ ਵਿੱਚ ਮੈਂ ਕੌਣ ਆ ਤੀਸਰਾ ਬੰਦਾ ਦਖਲ ਦੇਣ ਵਾਲਾ? ਤੁਸੀਂ ਦੱਸੋ। ਸ੍ਰੀ ਗੁਰੂ ਨਾਨਕ ਦੇਵ ਨੇ ਬਚਨ ਕੀਤਾ ਤੇ ਨਹੀਂ ਮੰਨਿਆ ਬਾਬੇ ਸ਼੍ਰੀ ਚੰਦ ਨੇ, ਤੇ 3rd ਦਾ ਮਤਲਬ ਕੀ ਹੋਇਆ? ਬਕਵਾਸ ਮਾਰਨ ਦਾ। ਮੈਨੂੰ ਮਾਫ ਕਰਨਾ, ਇਹ ਸਭ ਕੁਝ ਅਖਬਾਰਾਂ 'ਚ ਤੇ ਆ ਜਿਹੜੀ YouTube ਹੈ ਇਹਨਾਂ ਤੇ ਬੜਾ ਕੁਛ ਲੋਕਾਂ ਨੇ ਮਸ਼ਹੂਰੀ ਲਈ ਪਾਇਆ ਹੋਇਆ। ਬੜਾ ਕੁਛ ਦੁਨੀਆ 'ਚ ਚੱਲਦਾ ਹੈ। ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਅੱਜ ਅਸੀਂ ਪ੍ਰਧਾਨ ਬਣ ਗਏ, ਸਾਨੂੰ ਸੋਝੀ ਆ ਗਈ, ਸੌਖੇ ਦਿਨ ਆ ਗਏ। ਇਹ ਥੋੜਾ ਵੀ ਆਪਾਂ ਹੀ ਆ ਸਭ ਕੁਛ। ਇੱਥੋਂ ਦੇ ਪ੍ਰਬੰਧਕ ਗੁਰੂ ਘਰਾਂ ਦੀ ਸੇਵਾ ਸੰਭਾਲ ਉਦਾਸੀ ਸੰਪਰਦਾ ਦੇ ਮਹਾਂਪੁਰਖ ਕਰਦੇ ਰਹੇ ਨੇ। ਮੈਨੂੰ ਮਾਫ ਕਰਨਾ, ਇਹ ਸਭ ਕੁਛ ਸੰਸਾਰ ਦੇ ਵਿੱਚ ਉਲਟਾ ਪ੍ਰਚਾਰ ਚੱਲ ਰਿਹਾ। ਤਾਂ ਮੈਂ ਬੇਨਤੀ ਕਰ ਰਿਹਾ, ਸੱਚਖੰਡ ਹਜੂਰ ਸਾਹਿਬ ਹੁਣ ਰੇਲ ਗੱਡੀ ਸਾਡੇ ਹੁੰਦਿਆਂ ਸ਼ੁਰੂ ਹੋਈ ਹੈ। ਪਹਿਲਾਂ ਕੌਣ ਜਾਂਦਾ ਹੁੰਦਾ ਸੀ ਦੱਸੋ? ਕੋਈ ਗਿਆ ਹਜੂਰ ਸਾਹਿਬ? ਅੱਜ ਵੀ ਕਿੰਨਾ ਦੂਰ ਹੈ। ਸੰਗਤਾਂ ਦੇ ਕੰਨਾਂ ਨੂੰ ਹੱਥ ਲਵਾਤੇ ਸਰਕਾਰ ਨੇ। ਆ ਪਿਛਲੇ ਸਾਲ ਜਿਹੜੀਆਂ ਗਈਆਂ ਉਹ ਅਰਦਾਸ ਹੀ ਕੀਤੀ ਉਹਨਾਂ ਵੀ ਅੱਜ ਤੋਂ ਬਾਅਦ ਬਾਬਾ ਤੇਰੇ ਨਹੀਂ ਆਉਂਦੇ। ਇੰਨਾ ਤੰਗ ਕੀਤਾ ਕਰੋਨਾ ਦਾ ਬਹਾਨਾ ਲਾ ਕੇ 15-15 20-20 ਦਿਨ ਉਹ ਲੋਕ ਵਿਚਾਰੇ ਰੋਂਦੇ ਸੀ ਵੀ ਅਸੀਂ ਤਾਂ ਹਜੂਰ ਸਾਹਿਬ ਹੀ ਚੰਗੇ। ਉਹ ਬਾਬਿਆਂ ਨੇ ਚੰਗੇ ਭਲੇ ਸਤਿਕਾਰ ਨਾਲ ਸਾਰੇ ਟੈਸਟ ਟੁਸਟ ਕਰਾ ਕੇ ਗੱਡੀ 'ਚ ਚਾੜਿਆ। ਰਾਜ ਪਤਾ ਨਹੀਂ ਸਰਕਾਰ ਨੇ ਕੀ ਕਰਤਾ। ਝੂਠਾ ਹੀ ਪ੍ਰਚਾਰ ਕਰਨ ਖਾਤਰ ਉਹ ਇੱਕ ਰਾਗੀ ਨਿਰਮਲ ਸਿੰਘ ਦਾ ਨਾਂ ਝੂਠਾ ਲਾਤਾ, ਇੱਕ ਸੰਗਤਾਂ ਦਾ ਝੂਠਾ ਨਾਂ ਲਾਤਾ।
पता नहीं कादी राजनीति है, मैनूं तां समझ नहीं आउंदी। हजूर साहिब तां अज भी जाना मुश्किल है। उन्हां दिनां च जद इत्थे तुरकां दा राज सीगा ते सिंह घोड़ियां दीयां काठियां ते रहिंदे, उन्हां नूं तां सरकारां घरां च नहीं सी रहण दिंदियां। प्रबंध किन्ने करना सीगा? गुरुद्वारे की सेवा संभाल उदासी संप्रदा के महापुरख करते रहे। हजूर साहब भी प्रबंधक उदासी सीगे। हरमंदर साहब के अंदर भी उदासी संप्रदा के महापुरख सन। कोई संप्रदा माड़ी नहीं होंदी, पुलिस वाले सारे माड़े नहीं। कई दानी पुरुष भी ने जिहड़े यतीम खाना चला रहे हैं, हर बकायदा मैं उन्होंने बारे पढ़िया तो वेखिया है। बड़े बड़े चढ़ती कला वाले बाणी बनने वाले नितनेमी ने। सारा महकमा माड़ा नहीं हुंदा, कुछ बंदे विच माड़े हुंदे जो बदनामी करा देंदे ने। सो इसलिए साधु संत माड़े नहीं, महंता ने बदनामी करा दी, वो गल वखरी है। जे श्रोमणी कमेटी अज असीं प्रबंधक प्रधान बन गए तो साधु भी शुरू तो सेवादार रहे हैं। इन्हां दा भी सत्कार, इन्हां दा भी यही घर है। ये नहीं भी एक पुत काबज हो जाए तो दूजे नूं कहे भी तू इत्थे आ नहीं सकता। जद सचखंड हरमंदर साहब विखे श्री गुरु ग्रंथ साहब जी का प्रकाश हुंदा है, अकाल तख्त साहब गुरुद्वारा कोठा साहब तो सोने की पालकी विच महाराज का पावन स्वरूप सतनाम वाहिगुरू करदियां फुल्लां दी वर्खा हेठ संगतां लैके आउंदियां ने, तां उदासी संप्रदा दे महापुरख जिहड़े कि हरमंदर साहब के मुੱਢ दे विच ब्रह्म अखाड़ा ब्रह्म बूटा है, उहदे विचों एक उदासी महापुरख जिन्ने गैंती लाई हुंदी है तो तूती वाजा फड़ के उहदा गुरमत दे विच होर कोई नाम है तो वह उच्ची उच्ची बजाउंदा नरसिंघा। वो दासी संप्रदा की ड्यूटी है अजे भी। एक रागी शाम सौ की धर्मशाला चो 2 बाल्टियां कड़ाह प्रशादियां आउंदियां जिहदा 2 बजे भोग लगता। उन्हां बाबा जी की अरदास हुंदी है रागी शाम सौ की। तो एक उदासी संप्रदा वाले महापुरखों वालों स्पैशल एक बंदा आउंदा, वो गुरु ग्रंथ साहब के अगे अगे नरसिंघा बजाउंदा है। जी अज असीं प्रबंधक बन गए, ये नहीं भी वो श्रद्धालु नहीं। मैं बिजली का काम करता रहा, दरबार साहब के आस पास जिन्हें याद करना कोई कंप्लेंट होनी, ब्रह्म बूटा अखाड़ा मंदिर दे विच मैं काम करन जांदा रहा। कोई माड़ा मोटा कोई सुच बत्ती कोई तार कोई भी काम होना बिजली का, तो मैं उत्थे वेखिया कि उन्होंने मन के विच बहुत ज़्यादा सत्कार है। जो उन्होंने नियम लिख के लाए ने, कहते भिखिया नहीं मंगनी। जे कोई भिखिया मंगदा या कोई गराही करदा साडे नाम से, वो साडा बंदा ना जानो। साडी दुकान जिहड़ी पोथियां देण वाली है दमदमी टकसाल दी, वो खुद उन्हां महंतां दी है। असीं उन्हां नूं किराया दिंदे आ, किराए दे के लीज दे उपर वो दुकान खरीदी हुई है। जिन्नी मार्केट है गुरु रामदास राम वाले पासे सब महंतां दी है। जिहड़ा रेलवे स्टेशन अमृतसर साहब का है, ये सारी प्रॉपर्टी महंतां दी है। अमृतसर का अद्धा शहर वो दासी संप्रदा वाले साधुओं का। बड़े महान सेवादार चढ़ती कला वाला उन्होंने जीवन हुंदा सीगा। इसलिए माड़ी बिरती वाले गुरमुख नहीं हैं, समाधि वाले ने, नाम जपण वाले ने। तो बाबा श्री चंद जी बेहंगम महापुरख होए ने। प्यो पुत दी आपसी गलबात सीगी, प्यो का वचन नहीं मन्निया। कुदरत भगवान की रब वालों पता नहीं क्यों उन्होंने दिमाग च नहीं आया भी असीं वचन मन के गद्दी लै लईए। उन्होंने कर्मां च परमात्मा ने नहीं सी लिखी। माता जी के समझाउण तो भी वो वचन नहीं उन्होंने मन्निया, रब ने गद्दी नहीं सी लिखी। पर साडा मतलब कोई नहीं भी उन्होंने निंदिया करिए। निंदा भली किसे की नाही, मनमुख मुग्ध करन, मोह काले ते निंदक नरके कोर पवन। इन्ना ही वचन लिखिया महाराज सच्चे पातशाह ने भी बन भार उचाई नहीं छट्टी है। तो उन्होंने मन के पुत्र होने का मान सीगा। तो उन्होंने वालों पुत्री कौल ना पालियो, पुत्रा ने बचन नहीं पालिया। तो कर पीरो पीर करना सीगा, कन मरटी है। महाराज ने मोढ़ा मोड़ लिया, दिल खोटा आकी फिरन। गुरु जी तो बगावत की सी उन्होंने, बागी सीगे। क्यों? हुक्म मनण तो बागी सीगे। ते दिल विच ते ना हुक्म मनण दी खुटियाई सीगी। इन्ना क सीगा औगण ते सारियां च हुंदा, नहीं तो बंदा भगवान बन जाए। साध संगत जी रब रब ही है, बंदा बंदा ही है।
पर है महापुरख सीगे। बाबा श्री चंद जी शिव जी का कहते अवतार सन, गुरु घर दे विच अवतरे ने। ये मामला गुरुद्वारे का गुरु नानक साहब का आप दा है, तो ये सानू बोलने का कोई ये अधिकार नहीं। फिर जे कोई इन्हां पंक्तियां नूं लैके निंदिया करे, आओ इन्हां पंक्तियां दे बाबा जी दे फेर विच जो बाबा जी के विरोध में नहीं अर्थ जाते, बाणी के कई अर्थ ने वो बाबा जी के हक वाले अर्थ तुहानू सरवण कराउंदे हैं, जो उदासी संप्रदा वाले साध संगत जी करते हैं। प्यार नाल सुनो जी। पुत्री कौल ना पालियो। हे गुरु जी, पुत्री वर्गी छोटी भैन के विआह करन वास्ते ये, क्योंकि जिहड़ी वार है राए बलवंड ते सत्ते डूम दी है, इन्हां ने लड़ाई गुरुद्वारे पा ली सी भैन के विआह तो। मारे कहते भी विआह की हो गया, पता नहीं की हो गया, 100 रुपया लै जाओ, खर्चो, खर्चे गए फिर आ जाओ। मैं किहड़ा ना करदा, जिहड़ी चीज़ चाहिए गुरुद्वारे चुको, रस्त पानी सब कुछ तुहानू देंगे, खर्चा पानी गुस्से कातों हुंदे गुरमुखो। पर इन्हां आपदी छोटी भैन दे जिहड़ी पुत्री वर्गी सीगी कले पा लई, इहो जी कले पई भी इन्हां दे शरीर ते ही टुट गई। जिहड़ा झगड़ा सीगा इन्हां दे शरीर ते पै गया उल्टा। जे को सर संधे जन उपर फिर उल्टो तिसै लगावे गो। जिहड़ा मत्था अकाल तख्त ना गुरुद्वारे दे थड़े ना मारूगा, मत्था टेकन की बजाय, ये टेकन वाली प्लेस है, सिर नमाउण वाली प्लेस है। जिहड़ा मत्था मारूगा वह खून आपदा ही निकलूगा। गुरुद्वारे का कुछ नहीं बिगड़ता, महाराज का की बिगड़ना। इत्थे कई आए थे कई गए मेरे वर्गे। तो अज तक जिन्हें अकाल तख्त ने मत्था लाया वो मुदड़े मुंड नक परने, वो नक जो खून आपदे निकलिया। अकाल तख्त तो उस तरह ही है, झंडे झूलते नगारे तेरे वजदे ते संगत हमेशा ही कथा कीर्तन करदियां जयकारे छड्डदियां ने। तो इस वास्ते जिहड़ा बंदा बकवास मारदा निंदिया करदा ओहदी आपदी जबान पकदी है, ओहदे आपदे शरीर नूं कोड़ हुंदा। जो कोई बोलदा उल्टा ओहदे ते असर हुंदा। जे कोई सूरज वाल करके मूँह करके थुके ओहदे थुक आपदे मूँह ते पैंदा। इउं गुरु घर दा कुछ नहीं बिगड़दा। महाराज तां प्रकाश रूप ने, सूरज रूप ने। जे निंदिया कीती इन्हां मरासियां ने ते इन्हां नूं कोड़ होया, इन्हां दा आपदा नुकसान होया। सो महाराज दा वचन नहीं मन्निया। पुत्री कौल न पालियो। हे गुरु साहब जी, पुत्री वर्गी छोटी भैन दे विआह करन वास्ते असीं तुहाडा वचन नहीं पालिया। कर पीरहो कन मुरटिया। इस करके सानू कोड़ दे रोग दी पीरहो पीड़ कर दी तुसां ने, ते साडे वल्लों कन कन्ना मोढ़ा मोड़ लिया आपने। दिल खोटा आकी फिराना। असीं दिल हिरदे खोटे होण करके बागी होए तुरे फिरदे सीगे। बन भार उचायन छटिया। ते औगणा दा भार बन के हंकार दे विच आकी पुणे बगावत दी छट्टी चुकी फिरदे सी कि साडे करके ही गुरुद्वारा चलदा है, असीं ना होईए तां गुरुद्वारे कोई आवे ही ना। पुत्री कौल ना पालियो। इसे प्रकार असीं बेमुख बंदे आ, दाड़ी कटाई जाते हैं, शराबा नहीं छड्डदे, धियां पुत्रां दे विआह ते गुरु की मर्यादा तो उल्ट ते नाच गाना करके पैसे की बर्बादी करते हैं, सेवा सिमन च ला के सफल नहीं बनाते। महाराज का हुक्म कोई नहीं मनता, सब असी बेमुख बंदे हैं। जिहड़े सिख खमाउण वाले तां असी भी सिख भी बेमुख हाँ। गुरु साहब के बचन मुताबिक रहत मर्यादा च नहीं चलते। रहनी रह सोई सिख मेरा, ओ साहिब मैं उसका चेरा। कोई 5 बाणियां नहीं पढ़ता, रह रस नहीं करता। जे कोई करता तो 2.5 घंटे वाहिगुरू वाहिगुरू नहीं करता। जे भी करता फिर मन नहीं टिकाउंदे, गुरु साहब ते शरधा नहीं रखते। कोई ना कोई घाट कमी पेशी जरूर है। जो संसारी जीव गुरु पुत्र हो के गुरां दा बचन नहीं मनते। महाराज ने आपदे साहिबजादे वार के सानू आपदे सपुत्र सपुत्रियां बनाया ते आपां साध संगत जी केस कतल करा के अमृत दी रह त्याग के गुरु जी तो बेमुख होए तुरे फिरदे आ ते उल्टा असीं कहंदे आपां सिंह साहब हां। कर पीरहो कन मुरटिया। आप सिੱਖੀ नूं धारण नहीं करदे ते कहंदियां सानू प्रधान बना दिओ, प्रबंध साडे हथ विच दे दिओ। आ दुनिया बड़ा रौला पाउंदी है, श्रोमणी कमेटी दीयां वोटां दा सानू भी हक दिओ। आ जिन्ने कोने मोने ने ना मैनूं माफ़ करना,
ਪ੍ਰਬੰਧਕ ਬਣਨਾ ਚਾਹੁੰਦੇ ਨੇ ਵੀ ਦਰਬਾਰ ਸਾਹਿਬ ਦੇ ਪ੍ਰਬੰਧਕ ਅਸੀਂ ਬਣ ਜਾਈਏ। ਨਾ ਦਾੜੀ ਰੱਖੀਏ, ਨਾ ਜੂੜਾ ਰੱਖੀਏ, ਨਾ ਕਸ਼ਹਿਰਾ ਪਾਈਏ, ਮੂੰਹ ਜ਼ਬਾਨੀ ਹੋਈ ਸਾਨੂੰ ਪ੍ਰਧਾਨ ਬਣਾ ਦਿਓ ਜੀ। ਕਾਹਦੇ ਲਈ? ਵੀ ਉੱਥੇ ਅੱਗੇ ਪੈਸੇ ਬੜੇ ਹੁੰਦੇ ਨੇ। ਕਿੰਨੀ ਵੇਖੋ ਕਮਲੀ ਦੁਨੀਆ। ਮਹਾਰਾਜ ਨੇ ਕਦੇ ਪੈਸੇ ਵੱਲ ਧਿਆਨ ਕੀਤਾ ਸੀਗਾ? ਫਿਰ ਲੜਦੇ ਕਾਹਤੋਂ ਆ? ਵੋਟਾਂ ਕਾਹਤੋਂ ਪੈਂਦੀਆਂ? ਪੈਸੇ ਖਾਤਰ। ਸਾਡਾ ਧਿਆਨ ਮਹਾਰਾਜ ਦੀ ਬਾਣੀ 'ਚ ਨਹੀਂ ਹੈ, ਗੁਰੂ ਘਰ ਦੀ ਤਰੱਕੀ ਵਿੱਚ ਨਹੀਂ ਹੈ। ਸਿੱਖਾਂ ਦੇ ਬੱਚੇ ਪੜ੍ਹਾਏ ਜਾਣ, ਕੋਈ ਉਹਨਾਂ ਨੂੰ ਸਕੂਲ ਬਣਾ ਕੇ ਕੋਈ ਕਾਲਜ ਦਿੱਤਾ ਜਾਏ ਜਿਸ 'ਚ ਬੱਚੇ ਫ੍ਰੀ ਹੋਣ, ਅੰਮ੍ਰਿਤਧਾਰੀ ਉਹਨਾਂ ਨੂੰ ਵਜੀਫਾ ਮਿਲੇ, ਤੇ ਕੋਈ ਹੌਸਪੀਟਲ ਹੋਵੇ ਜਿੱਥੇ ਫ੍ਰੀ ਇਲਾਜ ਹੋਵੇ। ਇਸ ਤਰ੍ਹਾਂ ਦਾ ਕੰਮ ਵੱਲ ਕੋਈ ਧਿਆਨ ਨਹੀਂ ਹੈ। ਤੇ ਇਸ ਵਾਸਤੇ ਆਪਦੇ ਦਿਲ ਆਕੀ ਹਨ, ਮਹਾਰਾਜ ਦਾ ਬਚਨ ਮੰਨਦੇ, ਸਿੱਖੀ ਧਾਰਨ ਨਹੀਂ ਕਰਦੇ, ਕਰ ਪੀਰੋ। ਇਸੇ ਕਰਕੇ ਉਹਨਾਂ ਨੂੰ ਯਮਦੂਤ ਮੌਤ ਦੀ ਪੀੜਾ ਦੇਣਾ ਕਰਨਗੇ। ਕੰਨ ਮਰਟੀਏ ਅਤੇ ਉਹਨਾਂ ਦੇ ਮੋਢੇ ਫੜ ਫੜ ਕੇ, ਉਹਨਾਂ ਦੀਆਂ ਬਾਹਾਂ ਫੜ ਫੜ ਕੇ ਮਰੋੜ ਕੇ ਪਿੱਠ ਪਿੱਛੇ ਲਾਉਣਗੇ, ਉਹਨਾਂ ਨੂੰ ਗੋਡਾ ਵਾਉਣਗੇ, ਭਾਵ ਦੁੱਖ ਦੇ ਕੇ ਸਥੂਲ ਸਰੀਰ ਵਿੱਚੋਂ ਜਿੰਦ ਨੂੰ ਕੱਢਣਗੇ। ਆਕੀ ਫਿਰਨ ਜਿਹੜੇ ਕਾਮ ਕ੍ਰੋਧ ਆਦਿਕਾਂ 'ਚ ਲੱਗਣੇ ਕਰਕੇ ਦਿਲ ਦੇ ਖੋਟੇ ਨੇ, ਉਹ ਗੁਰਾਂ ਦੀ ਆਗਿਆ ਮੰਨਣ ਤੋਂ ਆਕੀ ਹੋਏ ਤੁਰੇ ਫਿਰਦੇ ਹਨ। ਬਨ ਭਾਰ ਉਚਾਇਨ ਛੱਟੀਆ, ਕਿਉਂਕਿ ਉਹਨਾਂ ਨੇ ਪਾਪਾਂ ਦੇ ਭਾਰ ਦੀ ਛੱਟ ਨੂੰ ਬੰਨ ਕੇ ਆਪੇ ਅਤਨੇ ਕਰਨ ਦੇ ਅੰਦਰ ਚੁੱਕਿਆ ਹੋਇਆ ਹੈ। ਜਿਨੇ ਆਖੀ ਸੋਈ ਕਰੇ। ਜਿਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੱਲ ਆਖੀ ਸੀ ਕਿ ਭਾਈ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਸਾਡਾ ਸਰੂਪ ਹੈ, ਉਹੀ ਗੁਰੂ ਅੰਗਦ ਦੇਵ ਸਰੂਪ ਹੋ ਕੇ ਗੁਰਿਆਈ ਕਰ ਰਹੇ ਹਨ। ਜਿਨ ਕੀਤੀ ਤਿਨੈ ਥੱਟੀਆ, ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸੇ ਨੇ ਹੀ ਸ੍ਰੀ ਗੁਰੂ ਨਾਨਕ ਸਰੂਪ ਹੋ ਕੇ ਗੁਰਤਾ ਗੱਦੀ ਦੇ ਥਾਟ ਨੂੰ ਬਣਾਇਆ ਹੈ। ਇਸੇ ਪ੍ਰਕਾਰ ਭਾਵ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਹਨ। ਜਿਨ ਆਖੀ ਸੋਈ ਕਰੇ। ਜਿਸ ਪਰਮੇਸ਼ਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਆਖੀ ਸੀ ਕਿ ਸੰਸਾਰ ਦੀ ਕਲਿਆਣ ਲਈ ਗੁਰਿਆਈ ਕਰੋ, ਉਹੀ ਵਾਹਿਗੁਰੂ ਆਪ ਹੀ ਗੁਰੂ ਨਾਨਕ ਰੂਪ ਹੋ ਕੇ ਕਰਦੇ ਪਏ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਨ ਕੀਤੀ ਤਿਨੈ ਥੱਟੀਐ, ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਵਨ ਸ੍ਰੀ ਲਹਿਣਾ ਮਤਲਬ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੇਣਾ ਕੀਤੀ ਹੈ, ਜਿਸ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਕੀਤੀ ਹੈ, ਉਸੇ ਨੇ ਹੀ ਗੁਰਤਾ ਗੱਦੀ ਦੀ ਥਾਟ ਬਣਾਵਟ ਨੂੰ ਗੁਰੂ ਅੰਗਦ ਦੇਵ ਰੂਪ ਹੋ ਕੇ ਸੰਭਾਲਿਆ, ਜਾਂ ਉਸੇ ਨੇ ਸ਼ੁਭ ਗੁਣਾਂ ਦੀ ਥਾਟ ਨੂੰ ਬਣਾਇਆ ਹੈ। ਕੌਣ ਹਾਰੇ ਕਿਨ ਉਵਟੀਐ। ਅੱਗੇ ਵੇਖੋ ਹੁਣ ਕੌਣ ਹਾਰੇਗਾ ਤੇ ਕੌਣ ਜਿੱਤੇਗਾ। ਕਿਸ ਨੇ ਵਟਣਾ ਜਿੱਤਣਾ ਹੈ, ਭਾਵ ਅੱਗੇ ਗੁਰਤਾ ਗੱਦੀ ਪੁੱਤਰਾਂ ਤੇ ਸਿੱਖਾਂ ਵਿੱਚੋਂ ਕਿਸ ਨੂੰ ਮਿਲੇਗੀ। ਇੱਥੋਂ ਤੱਕ ਤਾਂ ਗੁਰੂ ਅੰਗਦ ਦੇਵ ਜੀ ਦੀ ਬਾਬੇ ਸ੍ਰੀ ਚੰਦ ਬਾਬੇ ਲਖਮੀ ਦਾਸ ਦੀ ਗੱਲ ਕੀਤੀ ਹੈ। ਇਹ ਤੋਂ ਅੱਗੇ ਹੋਰ ਤੁਹਾਨੂੰ ਗੱਲਬਾਤ ਗੁਰੂ ਸਾਹਿਬ ਦੀ ਕਥਾ ਸੁਣਾਵਾਂਗੇ। ਸਾਧ ਸੰਗਤ ਜੀਓ, ਦੂਸਰੀ ਪੌੜੀ ਸਮਾਪਤ ਹੋਈ ਹੈ ਜੀ। ਇੱਕ ਪੌੜੀ ਕੱਲ ਨੂੰ ਵਿਚਾਰੀ ਸੀ, ਦੂਜੀ ਅੱਜ ਵਿਚਾਰੀ ਹੈ ਜੀ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਅੱਗੇ ਦੋ ਸਮਤ ਬਖਸ਼ਣੀ। ਜਿਨੇ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀਐ। ਕੌਣ ਹਾਰੇ ਕਿਨ ਵਟੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦਿ। ਆਨੰਦ ਭਇਆ